ਅੰਮ੍ਰਿਤਪਾਲ ਸਰਕਾਰਾਂ ਦਾ ਕੰਮ ਸੌਖਾ ਕਰ ਰਿਹਾ। ਸਰਕਾਰਾਂ ਬਹੁਤ ਸਾਰੀਆਂ ਮੁਹਿੰਮ ਵੱਡੇ ਕੈਂਪੇਨਸ ਨਸ਼ੇ ਲਈ ਚਲਾਉਂਦੀਆਂ। ਇਹ ਸਰਕਾਰਾਂ ਕੇਵਲ ਪਖੰਡ ਕਰਦੀਆਂ ਨੇ, ਉਹ ਨਹੀਂ ਚਾਹੁੰਦੀਆਂ ਵੀ ਜਿਹੜੇ ਨੌਜਵਾਨ ਨਸ਼ਾ ਛੱਡ ਕੇ ਸਿੱਖੀ ਨਾਲ ਜੁੜਨ। ਉਹਨਾਂ ਨੂੰ ਇਹ ਲੱਗਦਾ ਵੀ ਜਿਹੜਾ ਸਿੱਖ ਨੌਜਵਾਨ ਖੰਡੇ ਬਾਟੀ ਦੀ ਪੌਲ ਛਕਦਾ ਹੈ, ਉਸ ਤੋਂ ਬਾਅਦ ਜੋ ਸਿੱਖ ਨੌਜਵਾਨ ਜਿਹੜਾ ਵਾ ਉਹ ਕੌਮ ਦੇ ਹੱਕਾਂ ਦੀ ਗੱਲ ਕਰਦਾ ਹੈ, ਕੌਮ ਦੀ ਆਜ਼ਾਦੀ ਦੀ ਗੱਲ ਕਰਦਾ ਹੈ, ਸਿੱਖੀ ਦੀ ਚੜ੍ਹਦੀ ਕਲਾ ਦੀ ਗੱਲ ਕਰਦਾ ਹੈ। ਇਸ ਗੱਲ ਤੋਂ ਸਰਕਾਰਾਂ ਨੂੰ ਡਰ ਲੱਗਦਾ। फिर हमें जेल में क्यों डाला इन्होंने गवर्नमेंट ने, जबकि जन्म भी मेरा हिंदू जाट परिवार में हुआ। तो ये लोग हमें हिंदू नहीं मानते, केवल यूज़ करते हैं हमारा, कभी सिखों के खिलाफ लड़वाने में, कभी मुसलमानों के खिलाफ लड़वाने में। जब जेल में रहा तो जेल में ही मुझे ये मतलब सूझ बनी मेरी कि भाई हमें हमारा जो मूल धर्म है वो सिक्खी है। ਜਦੋਂ ਨਿਸ਼ਾਨ ਸਾਹਿਬ ਚਲਾਇਆ ਗਿਆ ਉਦੋਂ ਸਾਰਿਆਂ ਨੇ ਜਕਾਰੇ ਛੱਡੇ, ਡਿਸਪਾਈਟ ਵੀ ਕੌਣ ਕਿਹੜੇ ਧਰਮ ਦਾ ਸੀ। ਉਹਨਾਂ ਨੂੰ ਬਹੁਤ ਇਸ ਗੱਲ ਦਾ ਸੀ ਵੀ ਅਸੀਂ ਕੋਈ ਬਹੁਤ ਵੱਡੀ ਅਚੀਵਮੈਂਟ ਕੀਤੀ ਹੈ। ਪਰ ਉਸ ਤੋਂ ਬਾਅਦ ਜਦੋਂ ਮੀਡੀਆ ਪ੍ਰੋਪੇਗੈਂਡਾ ਚੱਲਿਆ ਤੇ ਜਿਹੜਾ ਕਿਸਾਨ ਲੀਡਰਸ਼ਿਪ ਬੈਕਫੁੱਟ ਤੇ ਆ ਗਈ, ਉਹਨਾਂ ਨੇ ਬਕਾਇਦਾ ਤੌਰ ਤੇ ਨੌਜਵਾਨਾਂ ਨੂੰ ਦੋਸ਼ੀ ਐਲਾਨ ਦਿੱਤਾ। ਉਸ ਤੋਂ ਬਾਅਦ ਚ ਲੋਕਾਂ ਨੂੰ ਲੱਗਾ ਵੀ ਪਤਾ ਨਹੀਂ ਕੀ ਗਲਤ ਹੋ ਗਿਆ। ਵੈਸੇ ਪਹਿਲਾਂ ਕੋਈ ਗਲਤੀ ਕਿਸੇ ਨੇ ਨਾ ਕੀਤੀ ਸੀ, ਨਾ ਇਹ ਗਲਤ ਸੀ, ਔਰ 3-4 ਮਹੀਨੇ ਬਾਅਦ ਫਿਰ ਅਹਿਸਾਸ ਹੋਇਆ ਵੀ ਕੋਈ ਗਲਤੀ नहीं सी, ਪ੍ਰੋਪੇਗੈਂਡਾ ही होया। क्योंकि जो इंडियन सोसाइटी है, ये इंडियन सोसाइटी ये ठीक है 21वीं सदी चल रही है, लेकिन इंडियन सोसाइटी आज 14वीं और 15वीं शताब्दी में जी रही है। ये जो हमारे वेश में आएंगे, जो कम्युनिस्ट हैं या आरएसएस के लोग हैं, या इवन क्रिश्चियन जो ये नियो क्रिश्चियनिज्म जो शुरू हुए हैं, ये ट्रेंड कबूतर हैं। हमको इन ट्रेंड कबूतरों का मुकाबला करना है तो हमें जो ट्रेंड फौज है गुरु नानक देव जी की, उसमें हमें अपने आप को डालना पड़ेगा। 1934 ਚ ਪਹਿਲਾ ਮਤਾ ਪੈਂਦਾ ਖਾਲਿਸਤਾਨ ਦਾ। ਉਸ ਤੋਂ ਬਾਅਦ ਚ ਵੱਖ-ਵੱਖ ਥਾਵਾਂ ਤੇ ਦੀ ਗੱਲ ਹੁੰਦੀ ਰਹਿੰਦੀ ਹੈ। 1947 ਤੋਂ ਬਾਅਦ 49 ਦੇ ਵਿੱਚ ਵੀ ਮਹਾਰਾਜਾ ਪਟਿਆਲਾ ਇਹ ਕਹਿੰਦਾ ਹੈ ਵੀ ਸਾਨੂੰ ਖਾਲਿਸਤਾਨ ਚਾਹੀਦਾ है। मनोज जी, आउट ऑफ स्टेट सेकंड स्टेट में आप बैठे हैं, हरियाणा में सिख बहुत गिनती में नहीं आते वहाँ पे। खालिस्तान आप कैसे देखते हो हरियाणा के हिसाब से? हरियाणा के हिसाब से तो हम देखते ही नहीं ना भाई साहब, क्योंकि हरियाणा मैं देखता हूँ यूनाइटेड पंजाब के पर्सपेक्टिव से। क्योंकि हरियाणा के केवल पर्सपेक्टिव से हम लोग देखेंगे तो फिर झगड़े खड़े हो जाएंगे, कभी SYL का, कभी चंडीगढ़ का। यूनाइटेड पंजाब का राज, उसको चाहे खालिस्तान का राज कह लो, चाहे हलीमी राज कह लो, चाहे बेगमपुरा कह लो, जो है वो घूम फिर के बात आती है। खालिस्तान जो शब्द है ना, वो हमारी होंद से जुड़ा हुआ शब्द है। वो शब्द हमें समझ में आता है, तो इस वजह से, और वो शब्द हमारे ब्लड के अंदर है, चाहे हरियाणा हो, चाहे पंजाब हो, चाहे इवन पाकिस्तान का पंजाब हो। तो सिੱਖੀ ਦਾ ਜਿਹੜਾ ਸਿਧਾਂਤ ਸੀ, ਉਹ ਤੋਂ ਪਹਿਲਾਂ ਕਰਤਾਰ ਸਿੰਘ ਸਰਾਭਾ ਸੀ, ਗਦਰ ਮੂਵਮੈਂਟ ਚੱਲੀ ਹੈ, ਬੱਬਰ ਅਕਾਲੀ ਲਹਿਰ ਚੱਲੀ ਹੈ। ਕਿਉਂ ਕਿਸੇ ਵੀ ਬੰਦੇ ਨੂੰ ਨਹੀਂ ਉਭਾਰਿਆ ਗਿਆ? ਕਿੰਨੇ ਸਿੱਖ ਆਈਡਲ ਸੀ, ਭਗਤ ਸਿੰਘ ਨੂੰ ਹੀ ਕਿਉਂ ਉਭਾਰਿਆ ਗਿਆ ਸਟੇਟ ਵੱਲੋਂ? ਸਟੇਟ ਸਪੌਂਸਰਡ ਹੀ ਹੋਇਆ ਸਾਰਾ ਕੁਝ ਨਾ। 47 ਤੋਂ ਬਾਅਦ 'ਚ ਜਿਹੜਾ ਭਗਤ ਸਿੰਘ ਦਾ ਉਭਾਰ ਹੋਇਆ ਉਹ ਸਟੇਟ ਵੱਲੋਂ ਸਪੌਂਸਰਡ ਸੀ। ਤੁਸੀਂ ਹਰਿਆਣੇ 'ਚ ਐਂਟਰ ਕੀਤਾ ਸੀ, ਕਿੰਨਾ ਚਿਰ ਸਾਨੂੰ ਰਿਅਲਾਈਜ਼ ਨਹੀਂ ਹੋਇਆ ਵੀ ਪੰਜਾਬ ਤੋਂ ਬਾਹਰ ਚਲ ਗਏ ਤੇ ਹਰਿਆਣੇ 'ਚ ਐਂਟਰ ਹੋ ਗਏ। ਕੋਈ ਕਲਚਰਲ ਡਿਫਰੈਂਸ ਨਹੀਂ ਹੈਗਾ। ਸਿੱਖ ਉੱਥੇ ਵੀ ਵਸਦੇ, ਇੱਧਰ ਵੀ ਵਸਦੇ, ਜਿਹੜੇ ਉੱਧਰ ਦੂਜੇ ਨੌਨ ਸਿੱਖ ਵੀ ਬੰਦੇ ਉਹ ਵੀ ਇੱਧਰ ਵੀ ਹੈਗੇ ਆਪਣੇ। ਮੈਂ ਇਹ ਗੱਲ ਕਹਿੰਦਾ ਵੀ ਅਸੀਂ ਕਿਵੇਂ ਦਾ ਵੀ ਰਾਜ ਚਲਾਈਏ, ਕਿਵੇਂ ਦਾ ਵੀ ਚਲਾਈਏ, ਮਾੜਾ ਚਲਾਈਏ ਚੰਗਾ ਚਲਾਈਏ, ਕਿਸੇ ਦਾ ਕੰਸਰਨ ਨਹੀਂ ਹੋਣਾ ਚਾਹੀਦਾ। ਅਸੀਂ ਆਪਣਾ ਰਾਜ ਚਲਾਉਣਾ। ਹੁਣ ਆਪਣੇ ਰਾਜ ਦੇ ਵਿੱਚ ਅਸੀਂ ਤੰਗੀ ਕੱਟੀਏ ਜਾਂ ਅਸੀਂ ਖੁਸ਼ ਰਹੀਏ, ਰਾਜ ਤਾਂ ਸਾਡਾ ਹੋ। ਘੱਟੋ ਘੱਟ ਸਾਡੀ ਆਇਡੈਂਟੀਟੀ ਦੇ ਖਤਰੇ 'ਚ ਨਹੀਂ ਨਾ ਹੈਗੀ। ਹੁਣ ਅੱਜ ਭਾਵੇਂ ਦੇਖੋ ਪਾਕਿਸਤਾਨ ਇਕਨੋਮਿਕਲੀ ਮਾੜਾ ਮੁਲਕ ਹੈ, ਪਰ ਪਾਕਿਸਤਾਨ ਦੇ ਵਿੱਚ ਇਸਲਾਮ ਖਤਰੇ 'ਚ ਨਹੀਂ ਨਾ ਪੈ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਆਪਣਾ ਸਿੱਖ ਸੰਗਤ TV। ਲਗਾਤਾਰ ਬਹੁਤ ਸਾਰੇ ਮੈਸੇजेस ਕਾਲ ਤੁਹਾਡੇ ਸੀਗੇ ਕਿ ਇਸ ਸਮੇਂ ਪੰਜਾਬ ਦੇ ਵਿੱਚ ਜਿਹੜੀ ਹਲਚਲ ਹੈ ਉਹਦੇ ਬਾਰੇ ਰੂਬਰੂ ਕੀਤਾ ਜਾਵੇ, ਜ਼ਿਕਰ ਕੀਤਾ ਜਾਵੇ। ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਜੀ ਉਹਨਾਂ ਨਾਲ ਗੱਲਬਾਤ ਕੀਤੀ ਜਾਏ। ਲਗਾਤਾਰ ਅਸੀਂ ਤੁਹਾਨੂੰ ਮੈਸੇਜ ਕੀਤੇ ਸੀ ਕਿ ਕੌਂਟਰਾਡਿਕਟਰੀ ਤੋਂ ਬਾਹਰ ਨਿਕਲ ਕੇ ਸਿੱਖੀ ਦੀ ਚੜ੍ਹਦੀ ਕਲਾ ਲਈ ਅਗਰ ਗੱਲ ਕਰਾਂਗੇ ਤਾਂ ਉਹ ਇੱਕ ਇੰਟਰਵਿਊ ਜਾਂ ਸ਼ੋਅ ਤੁਹਾਡੇ ਰੂਬਰੂ ਕਰਾਵਾਂਗੇ। 100 ਤੋਂ ਵੱਧ ਮੁਲਕਾਂ 'ਚ ਪਿਆਰ ਕਰਦੇ ਹੋ ਆਪਣੇ ਸਿੱਖ ਸੰਗਤ TV ਨੂੰ, ਔਰ ਲਗਾਤਾਰ ਕਾਫੀ ਮੁਲਕਾਂ ਤੋਂ ਤੁਸੀਂ ਸਾਨੂੰ ਸੁਨੇਹੇ ਭੇਜੇ ਸੀ। ਅਤੇ ਅੱਜ ਯੂਨਾਈਟਿਡ ਇੱਕ ਇੰਟਰਵਿਊ ਕਰਨ ਜਾ ਰਹੇ ਹਾਂ ਜਿਹਦੇ 'ਚ ਚੜ੍ਹਦੀ ਕਲਾ ਔਰ ਇਕੱਤਰਤਾ ਦੀ ਗੱਲ ਕਰਾਂਗੇ। ਹਰਿਆਣੇ ਪੰਜਾਬ ਨੂੰ ਲੈ ਕੇ, ਸਿੱਖੀ ਨੂੰ ਲੈ ਕੇ ਚੜ੍ਹਦੀ ਕਲਾ ਦੀ ਗੱਲ ਕਰਾਂਗੇ, ਔਰ ਏਕਤਾ ਕਿੱਦਾਂ ਵਧਾਉਣੀ ਅਸੀਂ ਉਸ ਯੂਨਾਈਟਿਡ ਹਰਿਆਣਾ ਪੰਜਾਬ ਦੀ ਗੱਲ ਕਰਨ ਲਈ ਮੇਰੇ ਨਾਲ ਮੌਜੂਦ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ, और इस साइड मेरे नाल मौजूद ने भाई मनोज दूहन जी। दोनों चेहरे तुसी रूबरू जानते हो, कोई परिचय के मोहताज नहीं है, मगर यूनाइटेड किवें कर रहे हैं इकत्तर, उस बारे गल करनी है। सब तो पहले तो फतेह की सांझ करते हैं। वाहिगुरू जी का खालसा, वाहिगुरू जी की फतेह जी। भाई अमृतपाल जी, लंबे समय तो बड़े सारे पत्रकार, बड़े सारे स्टेटमेंट छोड़े रहे ने,
कॉन्ट्रडिक्शन रही ने, मगर अज इस इंटरव्यू जिहड़ा सी अज किता वो एक अखंडता नूं, हरियाणा पंजाब दी सिੱਖੀ ਦੀ चढ़दी कला नूं लैके असीं समर्पित इस इंटरव्यू की तैयारी की सीगी कि संगत नूं एक मैसेज जावे कि असीं इकट्ठे किद्दां हो सकदे हां। सब तो पहला सवाल आप जी नूं, जिहड़ा सफ़र रहा तुहाडा दुबई तो पंजाब तक का सफ़र, उन्होंने किवें देखदे हो अज दी दिहाड़ी दे विच? देखो जिहड़ा सफ़र है अपनियां जड़ां वल मुड़न दा सफ़र है। सो ये बड़ी महाराज सच्चे पातशाह की कृपा, उन्हां दी कृपा तो बिना ये सफ़र नहीं किया जा सकता, ना ये प्लैनिंग करके किया जा सकता। सो इस करके उन्होंने कृपा की है तो सानू जिहड़ी सेवा बख्शी है वो मैं समझदा भी बड़ी चढ़दी कला दी गल है भी असीं आप ते गुरु दे लड़ लगे हाँ। साडे कोलों सेवा लैके गुरु साहब ने होर भी हज़ारां सिखां नौजवानों नूं, भैणां नूं, बजुर्गां नूं, बच्चिआं नूं जिहड़ा गुरु दे लड़ लाया, अपने लड़ लाया। सो ये बड़ा चढ़दी कला वाला सफ़र है। ਜਦੋਂ ਪੰਜਾਬ ਤੁਸੀਂ ਵਾਪਸ ਮੁੜ ਆਉਂਦੇ ਹੋ ਉਸ ਤੋਂ ਬਾਅਦ ਆਪਣੇ ਘਰ ਸਿੱਖੀ ਦੇ ਵਿੱਚ ਪੂਰਨ ਸਰੂਪ ਦੇ ਵਿੱਚ ਵਾਪਸੀ ਕਰਦੇ ਹੋ, ਇਹ ਵਿਚਾਰ ਕਦੋਂ ਆਇਆ? ਨਹੀਂ, ਇਹ ਵਿਚਾਰ ਤੇ ਪਹਿਲਾਂ ਦਾ ਹੀ ਸੀ। ਸਿੱਖ ਸਰੂਪ ਤੋਂ ਬੇਸ਼ੱਕ ਅਸੀਂ ਇੱਕ ਮੌਕੇ ਦੇ ਉੱਤੇ ਫਤਿਤ ਹੋਏ, ਪਰ ਮਨ ਦੇ ਵਿੱਚ ਇਹ ਕਦੀ ਆਪਣੇ ਆਪ ਨੂੰ ਜਸਟੀਫਾਈ ਨਹੀਂ ਸੀ ਕੀਤਾ ਵੀ ਅਸੀਂ ਸਹੀ ਹਾਂ ਜੋ ਵੀ ਹਾਂ। ਹਾਂ, ਇਹ ਜ਼ਰੂਰ ਹੈ ਵੀ ਜਦੋਂ ਵਾਪਸੀ ਕਰਨ ਦੀ ਗੱਲ ਕੀਤੀ ਹੈ पिछले साल नवंबर ਦੇ ਵਿੱਚ ਫਿਰ ਇਹ ਪ੍ਰਣ ਕੀਤਾ ਵੀ ਹੁਣ ਅੱਜ ਤੋਂ ਬਾਅਦ ਕੇਸ ਕਤਲ ਨਹੀਂ ਕਰਾਉਣੇ ਤੇ ਨਾਲ ਅੰਮ੍ਰਿਤ ਵੀ ਛਕਣਾ ਹੈ ਜਦੋਂ ਵੀ ਸਮਾਂ ਬਣਿਆ। ਫਿਰ ਗੁਰੂ ਸਾਹਿਬ ਨੇ ਉਹ ਬੇਦ ਬਣਾਈ ਹੈ ਤੇ ਉਹਨਾਂ ਨੇ ਬੜੀ ਵਡਿਆਈ ਬਖਸ਼ੀ। ਜਦੋਂ ਤੁਸੀਂ ਉੱਥੇ ਸੀ ਤੇ ਬਹੁਤ ਸਾਰੀ ਸਟੇਟਮੈਂਟਸ ਹੁੰਦੀਆਂ ਸੀ, ਬਹੁਤ ਸਾਰੇ ਸੰਗਤ ਵੀਰ ਨੌਜਵਾਨ ਇੱਥੋਂ ਅਟੈਚ ਸੀ ਤੁਹਾਡੀ ਸਟੇਟਮੈਂਟਸ ਦੇ ਨਾਲ, ਤਾਂ ਲੱਗਦਾ ਸੀਗਾ ਵੀ ਇੱਕ ਦਿਨ ਇਹੋ ਜਿਹਾ ਚਿੱਠੀ ਆਉਣ ਵਾਲਾ ਔਰ ਮੈਂ ਇਸ ਚੁੰਮੜ ਪ੍ਰਣ ਲੈ ਲਵਾਂਗਾ? ਨਹੀਂ, ਦੇਖੋ ਜਦੋਂ ਆਪਾਂ ਗੱਲ ਕਰਦੇ ਹਾਂ ਸਿੱਖੀ ਦੀ ਚੜ੍ਹਦੀ ਕਲਾ ਲਈ तो ये भी सब तो अहम हिस्सा है भी सिक्खी की चढ़ती कला वास्ते जरूरी है भी असीं सिक्खी स्वरूप की जिहड़ी पालना करिए। सो इस करके उत्थों भी ये लगता सी ते इत्थे उत्थों आउण तो पहले प्रण किया ते इत्थे आके ये नहीं सी पता भी इन्नी संगत जुड़ के नाल असीं इकट्ठे करांगे अमृतपान, पर इन्ना जरूर सी भी आप ते करना ही है। आके करन तो बाद ये नहीं लगता भी अमृतपाल सरकारां दा काम सौखा कर रहा है? सरकारां बहुत सारियां मुहिम वड्डे वड्डे कैंपेन्स नशे लई चलांदियां और अमृतपाल जी दे आउण तो बाद अमृत छकन लग गए, नशे तो दूर हो रहे हैं और फिर भी सरकारां तंग ने, काम सौखा हो रहा मगर तंगी वध रही है। इहदे लई की सीखदे हो? ये सरकारां केवल पखंड करदियां ने, वो नहीं चाहुंदियां भी जिहड़े नौजवान नशा छड्ड के सिੱਖੀ नाल जुड़न, वो उत्तों बहुत कुछ करते हैं। इस करके सरकारां लई ते पखंड है, साडे वास्ते उन्हां नूं ये लगदा भी जिहड़ा सिੱਖ नौजवान खंडे बाटे दी पौल छकदा है उस तो बाद जो सिੱਖ नौजवान जिहड़ा वा कौम दे हक्कां दी गल करदा है, कौम दी आज़ादी दी गल करदा है, सिੱਖੀ दी चढ़दी कला दी गल करदा है। इस गल तो सरकारां नूं डर लगदा। मगर तुसीं इहनूं मंनदे हो कि सरकारां दा काम सौखा हो रहा है? नशे दे लई बहुत सारी मुहिम से काफ़ी सरकार बजट भी खर्चदी है। अज तुहाडे कोल मैं देख रहा कल तो आया होया सीगा कि बहुत सारे सिंह आए हुए ने, बहुत सारे वीर आए ने जिहड़े नशा छड्डण दा प्रण कर रहे हैं। काम सौखा है मगर फिर भी साथ नहीं मिल रहा। देखो सरकारां दा साथ सानूं चाहीदा भी नहींगा, संगत दा साथ सानूं मिल रहा, इहो ही बहुत है। हाँ, ये है भी उन्होंने सिर्फ जिहड़ा वा पैसा अलाउट करना हुंदा है, फंड अलाउट करने करोड़ां अरबां रुपये जिहड़े ने संगत दे लोकां दे टैक्स दे वो दिखा देने भी असीं नशा छडाउण दी इन्ने पैसे खर्चे आ, पर उहदा उल्टा असर की है भी जिहड़ी इन्हां ने गोली देनी शुरू करती सेंटरां 'च जीव ते रखण वाली, जीव थल्ले, वो उतों भी भड़ा नशा है। ਉਹਦੀਆਂ ਕਈ ਜਿਹੜੇ ਨੌਜਵਾਨ ਜਿਨ੍ਹਾਂ ਦੀ ਮੌਤ ਹੋਈ ਹੈ ਉਸੇ ਗੋਲੀ ਨੂੰ ਉਹ ਜਿਹੜਾ ਪਾਣੀ 'ਚ ਪਾ ਕੇ ਤੇ ਉਹਦਾ ਟੀਕਾ ਲਾ ਲੈਂਦੇ ਨੇ, ਉਹਦੇ ਨਾਲ ਫਿਰ ਉਹ ਮਰ ਜਾਂਦੇ ਨੇ। ਬਹੁਤ ਨੌਜਵਾਨਾਂ ਦੀ ਇਸ ਚੱਕਰ 'ਚ ਮੌਤ ਹੋ ਗਈ। ਸੋ ਸਰਕਾਰਾਂ ਵੀ ਨਸ਼ਾ ਛਡਾਉਣ ਦੀ ਜਗ੍ਹਾ ਨਵਾਂ ਨਸ਼ਾ ਲਵਾ ਰਹੀਆਂ ਨੇ ਜਿਹੜਾ ਉਹਦੇ ਨੂੰ ਵੀ ਭੈੜਾ ਸਿੰਥੈਟਿਕ ਡਰੱਗ 'ਚੋਂ ਬਾਹਰ ਨਿਕਲਣ ਦੇ ਇਹ ਤਰੀਕੇ ਨਹੀਂ ਹੈਗੇ। ਮੈਡੀਕਲ ਜਿਹੜੀ ਫੈਸਿਲਿਟੀਜ਼ ਪ੍ਰੋਵਾਈਡ ਕਰਨੀਆਂ ਨੌਜਵਾਨਾਂ ਨੂੰ ਇਹ ਜ਼ਰੂਰੀ ਹੈ, पर ਇਹਦਾ अर्थ ये नहीं भी तुसीं हुण इत्थे पिछले एक धरना लगा सी नौजवानों ने जिहड़े अमली ही मुंडे जो जुबान वाली गोलियां मिलना बंद हो गई तो उन्होंने धरना लाता हरीके दे विच भी सानूं गोलियां चाहिए। सो ਇਹਦਾ अर्थ है भी जिहड़ी चीज़ नशा छडाउण नूं दित्ती जा रही वो खुद एक नशा है, इदां नहीं होना चाहिए। ਤੇ ਤੁਸੀਂ ਇਹਦੇ ਲਈ ਕੀ ਫੀਨੋਮੀਨਾ ਯੂਜ਼ ਕਰਦੇ ਹੋ? ਅਗਰ ਸਰਕਾਰਾਂ ਇਹ ਤਰੀਕਾ ਅਪਣਾ ਰਹੀਆਂ ਨੇ ਤੁਸੀਂ ਸਹਿਮਤ ਨਹੀਂ, ਤੁਹਾਡੇ ਕੋਲ ਕੀ ਤਰੀਕਾ ਹੈ ਨਸ਼ਾ ਛਡਾਉਣ ਦਾ? ਨਹੀਂ, ਸਾਡੇ ਕੋਲ ਤਾਂ ਕੇਵਲ ਗੁਰੂ ਸਾਹਿਬ ਦਾ ਨਾਮ ਬਣੀ ਹੈ, ਉਹਨਾਂ ਦੀ ਜਿਹੜੀ ਸਿੱਖਿਆ ਹੀ ਹੈ। ਔਰ ਜਿਹੜੀ ਮਾੜੀ ਮੋਟੀ ਜਦੋਂ ਨਸ਼ਾ ਛੱਡਣਾ ਤੰਗੀ ਆਉਂਦੀ ਹੈ ਉਹਦੇ ਲਈ ਕੋਈ ਜਿਹੜੀ ਡਾਕਟਰੀ ਸਹਾਇਤਾ ਉਹ ਇੱਥੇ ਸਿੰਘ ਆ ਜਾਂਦੇ ਨੇ ਵਲੰਟੀਅਰ, ਉਹ ਆਪਣੇ ਤੌਰ ਤੇ ਆ ਕੇ ਇਹਨਾਂ ਦੀ ਦੇਖ ਰੇਖ ਕਰਦੇ ਨੇ। ਸਰੀਰਕ ਕਮਜ਼ੋਰੀ ਆਉਂਦੀ ਹੈ
ਉਹਦੇ ਲਈ ਜਿਹੜੀ ਖੁਰਾਕ ਖੁੱਲੀ ਇੱਥੇ ਗੁਰੂ ਸਾਹਿਬ ਦਾ ਲੰਗਰ ਚੱਲਦਾ ਰਹਿੰਦਾ ਜੀ। ਸੋ ਇਹ ਆ ਵੀ ਨੌਜਵਾਨ ਸੇਵਾ 'ਚ ਸਿਮਰਨ ਦੇ ਵਿੱਚ ਸੰਗਤ ਪੰਗਤ ਜਿਹੜੀ ਹੈ ਇਹਦੇ ਨਾਲ ਹੀ ਬਦਲਦੇ ਨੇ। ਸਾਡੇ ਕੋਲ ਕੋਈ ਇਹੋ ਜਿਹਾ ਫਾਰਮੂਲਾ ਨਹੀਂ ਵੀ ਜਿਹੜਾ ਘੋਲ ਕੇ ਕਿਸੇ ਨੂੰ ਪਿਆ ਦੇਣਾ। ਇਹ ਗੁਰੂ ਕੀ ਬਾਣੀ ਖੰਡੇ ਬਾਟੇ ਦੀ ਪੌਲ ਛਕਣ ਦੇ ਨਾਲ ਹੀ ਸਾਰਾ ਕੁਝ ਠੀਕ ਹੁੰਦਾ। ਜਦ ਤੋਂ ਇਹ ਪ੍ਰੋਸੈਸ ਇੱਥੇ ਸ਼ੁਰੂ ਕੀਤਾ ਗਿਆ ਨੌਜਵਾਨਾਂ ਲਈ, ਤੁਸੀਂ ਦੇਖਦੇ ਹੋ ਰੈਗੂਲਰ ਫੋਲੋਅਪ ਲੈਂਦੇ ਹੋ ਇਹਨਾਂ ਨੌਜਵਾਨਾਂ ਦਾ, ਤਬਦੀਲੀ ਹੈ ਇਹਨਾਂ ਦੇ ਅੰਦਰ? ਨਹੀਂ, ਬਿਲਕੁਲ। ਦੇਖੋ, ਇਹ ਨੌਜਵਾਨ ਪਹਿਲਾਂ ਤਾਂ ਕੇਸ ਕਤਲ ਕਰਨੇ ਬੰਦ ਕਰ ਦਿੰਦੇ ਨੇ ਜਦੋਂ ਤੋਂ ਇੱਥੇ ਆਉਂਦੇ ਨੇ, ਜੇ ਕੋਈ ਹੈਗੇ ਨੇ ਪਤੇ ਤੇ ਨੇ ਜੀ। ਦੂਜਾ ਵਾ ਫਿਰ ਇੱਥੇ ਆ ਕੇ ਉਹ ਸੰਗਤ ਦੀ ਸੇਵਾ ਕਰਦੇ ਨੇ, ਜਿਹੜੀ ਸੰਗਤ ਆਉਂਦੀ ਹੈ ਜੀ। ਫਿਰ ਉਹ ਸਵੇਰੇ ਤੜਕੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਦੇ ਨੇ ਪੱਕਾ, ਸ਼ਾਮ ਨੂੰ ਰਹਿਰਾ ਸਾਹਿਬ ਕਰਦੇ ਨੇ, ਦਿਨੇ ਵੀ ਉਹ ਆਪਣਾ ਜਾਪ ਕਰਦੇ ਰਹਿੰਦੇ ਨੇ ਬਾਣੀ ਦਾ। ਸੋ ਉਹਦੇ ਨਾਲ ਬੜੀ ਤਬਦੀਲੀ ਆਉਂਦੀ ਹੈ ਉਹਨਾਂ ਦੇ ਵਿੱਚ। ਮੈਂਟਲ ਸਟਰਕਚਰ ਵੀ ਡਿਫਰ ਕਰਦਾ ਉਹਨਾਂ ਦਾ? ਹਾਂ, ਸਾਰਾ ਕੁਝ ਬਦਲ ਜਾਂਦਾ ਹੈ। ਦੇਖੋ, ਸਰੀਰ ਵੀ ਤੰਦਰੁਸਤ ਹੋ ਜਾਂਦਾ, ਮਨ ਵੀ ਤੰਦਰੁਸਤ ਹੋ ਜਾਂਦਾ, ਗੁਰੂ ਦੀ ਬਾਣੀ ਨਾਲ ਜੁੜੇ ਰਹਿੰਦੇ ਨੇ। ਬਿਲਕੁਲ। ਉੱਥੇ ਹੀ ਸਾਡੇ ਨਾਲ ਮੇਰੇ ਸਾਥ ਮੌਜੂਦ ਨੇ ਵੀਰ ਮਨੋਜ ਦੂਹਨ ਜੀ, ਜਿਨ੍ਹਾਂ ਨੇ ਬਹੁਤ ਵੱਡੀ ਘਰ ਵਾਪਸੀ ਕੀਤੀ ਹੈ, ਕਿਸਾਨ ਅੰਦੋਲਨ 'ਚ ਬਹੁਤ ਵੱਡਾ ਯੋਗਦਾਨ ਹੈ। ਉਹ ਵੀ ਸਾਡੇ ਨਾਲ ਮੌਜੂਦ ਨੇ। ਹਰਿਆਣੇ 'ਚ ਬਹੁਤ ਡਿਫਰੈਂਟ ਤਰੀਕੇ ਨਾਲ ਜਿਹੜਾ ਪ੍ਰਚਾਰ ਉਹ ਸਿੱਖੀ ਨਾਲ ਜਿਹੜੇ ਵੀਰ ਘਰ ਵਾਪਸ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਜੋੜ ਰਹੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮਨੋਜ ਜੀ, ਕਿਵੇਂ ਲੱਗਦਾ ਘਰ ਵਾਪਸੀ ਹੋਈ ਹੈ, ਸਿੱਖੀ 'ਚ ਵਾਪਸੀ ਹੋਈ ਹੈ, ਤੁਸੀਂ ਕੀ ਇਹਦੇ 'ਚ अपनी प्रक्रिया देते हो? एक तो मेरी विनर भाई ये रिक्वेस्ट है कि भाई अब मनोज दुहन नहीं, अब तो मनोज सिंह दुहन हो गए। मनोज सिंह दुहन। हाँ, क्योंकि अब तो ऐसा हो गया माइंड सेट कि कोई मनोज दुहन कहे ना तो थोड़ा सा दिमाग में भी पिंच होती हैं चीज़ें, क्योंकि जिस चीज़ को आप छोड़ के आए हैं जी तो वो तो छूट ही गई ना। तो अब जैसे भाई साहब ने बताया कि भाई प्लानिंग नहीं होती चीज़ों की, प्लानिंग इज़ द फर्स्ट कैजुअलिटी इन वार। मतलब फौजियों को भी अब सिखाया जाता है कि प्लानिंग ही सबसे पहले प्लानिंग की कैजुअलिटी होती है। तो उसमें मैं जब जेल में रहा तो जेल में ही मुझे ये मतलब सूझ बनी मेरी कि भाई हमें हमारा जो मूल धर्म है वो सिक्खी है। और जेल के अंदर मैं आपको एक छोटा सा तजर्बा अपना शेयर करूं कि मैं जेल के अंदर 9 महीने हॉस्पिटल में भी रहा। 3 साल 9 महीने जेल में रहा, तो 9 महीने में हॉस्पिटल में रहा। जहाँ चेंज होती है जो हॉस्पिटल के लिए, हाँ, या एडमिट रहे आप? एडमिट मतलब कि मैं हॉस्पिटल में रहा 9 महीने। उसके अंदर हॉस्पिटल में ज़्यादातर लोग जो थे ना वो नशे के ही आदी थे हॉस्पिटल में, और जिनको अमली थे जो मान लो जो जैसे भाई साहब ने बताया जो अफीम लेते थे, उनको अफीम छुड़वाने के लिए जो है वो ट्रामाडोल के कैप्सूल दिए जाते थे। और ट्रामाडोल जो है बाद में अपने आप में एक ड्रग बन गई। तो क्यों ड्रग बन गया वो? जो छुड़वाने के लिए दिया गया ना वो अपने आप में एक उस चीज़ का नशा करने लग गए लोग। हाँ हाँ। तो मैं तो जेल के अंदर मुझे ये समझ बनी कि भाई हमें सिक्खी में आना चाहिए, यही हमारा मूल धर्म है। क्योंकि फादर भी सूबे सिंह जो है, दादाजी भी इंदर सिंह, नाना जी भी चौधरी रिसाल सिंह, और दादी भी मेरी राम कौर। तो फिर हमें जेल में क्यों डाला इन्होंने गवर्नमेंट ने, जबकि जन्म भी मेरा हिंदू जाट परिवार में हुआ। तो ये लोग हमें हिंदू नहीं मानते, केवल यूज़ करते हैं हमारा, कभी सिखों के खिलाफ लड़वाने में, कभी मुसलमानों के खिलाफ लड़वाने में। तो इस वजह से मेरी वहाँ समझ बनी। फिर मैंने अरदास की तो 1 महीने में मेरी जमानत होगी। जमानत होने के बाद मैं सिक्खी में आया। तो इस तरीके से मेरा रहा सिक्खी की तरफ। ये तो रहा सिक्खी का रुझान। यूनाइटेड का ध्यान कहाँ से आया कि पंजाब और हरियाणा को यूनाइट किया जाए? देखो, हमारी लेगेसी ही यूनाइटेड पंजाब की है। पंजाब अपने आप में जो आइडियोलॉजी है पंजाब की, वो आइडियोलॉजी मतलब टूटे हुए पंजाब की नहीं है। टूटे हुए पंजाब की कोई आइडियोलॉजी नहीं होगी जब तक हरियाणा पंजाब के साथ नहीं जुड़ेगा। पाकिस्तान का पंजाब जो चढ़दा पंजाब है, लैंदा पंजाब है, सारे इकट्ठे नहीं होंगे। तो ये हमारी लेगेसी थी। सर छोटू राम जी ने जो है इस लेगेसी को करके भी दिखाया था। 1923 to 47 तक यूनाइटेड पंजाब में नेशनल पंजाब यूनियनिस्ट पार्टी की गवर्नमेंट थी। तो हम लोग अगर आइडियोलॉजी भी देखेंगे ना तो यूनाइटेड पंजाब इज़ इन इटसेल्फ एन आइडियोलॉजी। तो ये है भाई साहब। ਇਹ ਤਾਂ ਰਹੀ ਸਿੱਖੀ ਦੀ ਗੱਲ। ਇਸ ਤੋਂ ਬਾਅਦ ਚਰਚਾ ਚਾਹੇ ਆਉਣ ਤੋਂ ਪਹਿਲੇ ਕਿਸਾਨ ਅੰਦੋਲਨ ਆਇਆ। ਕਿਸਾਨ ਅੰਦੋਲਨ 'ਚੋਂ ਬੜੀਆਂ ਸਾਰੀਆਂ ਪੋਜ਼ਿਟਿਵ ਔਰ ਨੈਗੇਟਿਵ ਚੀਜ਼ਾਂ ਵੀ ਨਿਕਲੀਆਂ। ਪੋਜ਼ਿਟਿਵਿਟੀ ਔਰ ਚੜ੍ਹਦੀ ਕਲਾ ਦੀ ਗੱਲ ਕਰੀਏ ਤੇ ਕਿਸਾਨ ਅੰਦੋਲਨ 'ਚ ਤੁਸੀਂ ਸ਼ਮੂਲੀਅਤ ਸਰੀਰਕ ਪੱਖੋਂ ਤਾਂ ਨਹੀਂ ਕਰ ਪਾਏ। ਤੁਸੀਂ ਕਿਹਾ ਕਿ ਮੈਂ ਨਹੀਂ ਇੱਥੇ ਪ੍ਰੈਜ਼ੈਂਟ ਸੀਗਾ, ਪਰ ਤੁਹਾਡੀਆਂ ਪੋਸਟ ਰਾਹੀਂ ਤੁਹਾਡੇ ਬੜੇ ਸਾਰੇ ਸਨੇਹ ਆਉਂਦੇ ਰਹੇ। ਉਹਦੇ 'ਚੋਂ ਕੀ ਅਭਿਪਰਾय ਹੈ, ਕੀ ਮਹਿਸੂਸ ਹੋਇਆ ਉਸ ਕਿਸਾਨ ਅੰਦੋਲਨ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਦੇ ਹੋਏ ਵੀ ਕੀ ਅਸੀਂ ਗੇਨ ਕੀਤਾ ਜੀ, ਕੀ ਪਾਇਆ ਅਸੀਂ? ਦੇਖੋ, ਕਿਸਾਨ ਅੰਦੋਲਨ ਸਿਰਫ ਬਿੱਲਾਂ ਦਾ ਮਸਲਾ ਨਹੀਂ ਸੀ ਜੀ। ਜਿਹੜਾ ਪੰਜਾਬ ਹਰਿਆਣਾ ਜਿਹੜੇ ਇੱਥੋਂ ਦੇ ਲੋਕਾਂ ਦੇ ਵਿੱਚ ਨਾ ਇੱਕ ਬੇਵਿਸ਼ਵਾਸੀ ਹੈ ਦਿੱਲੀ ਦੇ ਪ੍ਰਤੀ ਜੀ। ਉਹ ਇੱਕ ਮੌਕੇ ਤੇ ਆਣ ਕੇ ਕਿਸਾਨ ਅੰਦੋਲਨ ਜਿਹੜਾ ਸੀ ਉਹਦਾ ਚੈਨਲਾਈਜ਼ ਉਹਨੂੰ ਕੀਤਾ ਉਹਨੇ, ਮਤਲਬ ਉਹ ਚੈਨਲ ਬਣ ਗਿਆ।
ਪਰ ਜਿਵੇਂ ਦਾ ਰਿਐਕਸ਼ਨ ਲੋਕਾਂ ਨੇ ਦਿੱਤਾ ਹੈ, ਉਹ ਰਿਐਕਸ਼ਨ ਸਿਰਫ 3 ਬਿੱਲਾਂ ਨੂੰ ਲੈ ਕੇ ਨਹੀਂ ਸੀ ਹੈਗਾ। ਉਹਨਾਂ ਬਿੱਲਾਂ ਦੀ ਬਹੁਤੇ ਲੋਕਾਂ ਨੂੰ ਸਮਝ ਵੀ ਨਹੀਂ ਸੀ ਜੀ। ਉਹਦੇ ਨੈਗੇਟਿਵ ਪੋਜ਼ੀਟਿਵ ਬਹੁਤ ਮੋਟੇ ਰੂਪ 'ਚ ਹੀ ਪਤਾ ਸੀ, ਜ਼ਿਆਦਾ ਡੀਪਲੀ ਤੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਪਰ ਜਿਹੜਾ ਇਹ ਰਿਐਕਸ਼ਨ ਹੋਇਆ ਪਿਛਲੇ ਲੰਮੇ ਸਮੇਂ ਤੋਂ, ਜਿਹੜੇ ਧੱਕੇ ਹੋ ਰਹੇ ਆ, ਉਹਦੇ ਰਿਐਕਸ਼ਨ ਵਜੋਂ ਇਹ ਸਾਰਾ ਕੁਝ ਹੋਇਆ। ਨੌਜਵਾਨ ਜਿਵੇਂ ਦਿੱਲੀ ਪਹੁੰਚੇ ਆ ਜੀ। ਸੋ ਇਹ ਕਿਸਾਨ ਅੰਦੋਲਨ ਦੇ ਵਿੱਚ ਇੱਕ ਚੀਜ਼ ਜਿਹੜੀ ਰਿਵਾਈਵ ਹੋਈ ਹੈ, ਉਹ ਸਿੱਖੀ ਸਪਿਰਿਟ ਸੀ, ਜਿਹਨੇ ਸਟੇਟ ਨੂੰ ਚੈਲੰਜ ਕੀਤਾ। ਜਿਵੇਂ ਡੱਕਣ ਦੀ ਕੋਸ਼ਿਸ਼ ਕੀਤੀ ਗਈ, ਰੋਕਾਂ ਲਾਈਆਂ ਗਈਆਂ, ਉਹ ਸਿੱਖੀ ਸਪਿਰਿਟ ਨੇ ਜਿਹੜੀ ਦੁਬਾਰਾ ਰਿਵਾਈਵ ਹੋਈ। ਔਰ ਦੂਜੀ ਇਹ ਸੀ ਵੀ ਜਿਹੜਾ ਦਿੱਲੀ ਨੇ ਜਿਨ੍ਹਾਂ ਲੋਕਾਂ ਦੇ ਵਿੱਚ ਆਪਸੀ ਮਤਭੇਦ ਪੈਦਾ ਕੀਤੇ ਸੀ ਜੀ, ਉਹਨਾਂ ਨੇ ਇਕੱਠਿਆਂ ਉੱਥੇ ਰਹਿ ਕੇ ਇਹ ਮਹਿਸੂਸ ਕੀਤਾ ਵੀ ਸਾਡੀ ਆਪਸੀ ਲੜਾਈ ਨਹੀਂ ਹੈਗੀ, ਲੜਾਈ ਜਿਹੜੀ ਆ ਉਹ ਦਿੱਲੀ ਦੇ ਨਾਲ ਹੈ। ਰਿਸ਼ਤੇਦਾਰੀਆਂ ਪੈ ਗਈਆਂ ਆਪਸ। ਹਾਂ, ਆਪਸ 'ਚ ਸਾਂਝ ਹੈਗੀ ਸੀ, ਪਹਿਲੀਆਂ ਸਾਂਝਾਂ ਖੁੱਲ੍ਹ ਜਾਂਦੀਆਂ ਹੁੰਦੀਆਂ ਨੇ। ਸਗੇ ਭਰਾ ਨਹੀਂ ਬੋਲਦੇ ਸੀ, ਉੱਥੇ ਬੋਲਣ ਲੱਗ ਗਏ, ਗੱਲਾਂ ਹੋਣ ਲੱਗ ਗਈਆਂ ਜੀ। ਸੋ ਇਹ ਵੈਸੇ ਕਿਸੇ ਵੀ ਸੰਘਰਸ਼ ਦੇ ਵਿੱਚ ਇਦਾਂ ਹੋ ਜਾਂਦਾ ਹੈ, ਸੰਘਰਸ਼ ਇਦਾਂ ਦੀ ਚੀਜ਼ ਹੁੰਦੀ ਹੈ। ਹਾਂ, ਉਹਦੇ 'ਚ ਇਹ ਆ ਵੀ ਉਹਦੇ 'ਚ ਸਿੱਖ ਲੀਡਰਸ਼ਿਪ ਦਾ ਕ੍ਰਾਈਸਿਸ ਵੀ ਰਿਹਾ। ਕਿਸਾਨ ਅੰਦੋਲਨ ਦੇ ਵਿੱਚ ਸਿੱਖ ਲੀਡਰਸ਼ਿਪ ਦਾ ਕ੍ਰਾਈਸਿਸ ਰਿਹਾ, ਕਿਉਂਕਿ ਸਿੱਖੀ ਲੀਡਰਸ਼ਿਪ ਨੂੰ ਪਹਿਲਾਂ ਕੋਈ ਸਪੇਸ ਹੀ ਨਹੀਂ ਸੀ ਹੈਗੀ ਕਿਤੇ, ਨਾ ਉਹ ਐਗਜ਼ਿਸਟ ਕਰਦੀ ਸੀ। ਅਤੇ ਜਿਹੜੇ ਕੁਝ ਯੂਥ ਦੇ ਲੀਡਰ ਸੀ ਜਿਹੜੇ ਸਿੱਖ, ਉਹਨਾਂ ਨੂੰ ਸਪੇਸ ਨਹੀਂ ਸੀ ਮਿਲਣੀ। ਇਹ ਇੱਦਾਂ ਹੀ ਵਾਪਰਦਾ ਹੁੰਦਾ ਹੈ। ਹੁਣ ਜੇ ਕੋਈ ਅਗਲਾ ਕੋਈ ਸੰਘਰਸ਼ ਹੁੰਦਾ ਤਾਂ ਉਹਦੇ 'ਚ ਜਿਹੜੀ ਮੇਨ ਲੀਡਰਸ਼ਿਪ ਉਹ ਸਿੱਖ ਲੀਡਰਸ਼ਿਪ ਹੀ ਹੋਊਗੀ ਜੀ, ਕਿਉਂਕਿ ਅਸੀਂ ਉਹਦੇ 'ਚੋਂ ਬਹੁਤ ਕੁਝ ਸਿੱਖਿਆ। ਜਿਵੇਂ ਲੈਫਟ ਨੇ ਉੱਥੇ ਡੋਮੀਨੇਟ ਕੀਤਾ ਲੀਡਰਸ਼ਿਪ ਦੇ ਮਾਮਲੇ 'ਚ, ਅਤੇ ਉਹਨੂੰ ਏਡੇ ਵੱਡੇ ਸੰਘਰਸ਼ ਨੂੰ ਕਿਸੇ ਪਾਸੇ ਨਹੀਂ। ਹੁਣ ਜਿੱਦਾਂ ਅੱਜ ਆਪਾਂ ਗੰਗਾ ਦੇ ਪਾਣੀ ਦੀ ਗੱਲ ਕਰਦੇ ਹਾਂ ਜੀ, ਇਹ ਮੁੱਦੇ ਉਦੋਂ ਹੱਲ ਕੀਤੇ ਜਾ ਸਕਦੇ ਸਾਰੇ ਬੈਠ ਕੇ, ਜਿੰਨੀ ਪਾਵਰ ਸੀ ਉੱਥੇ। ਮਤਲਬ ਡਿਮਾਂਡਸ ਰੱਖੀਆਂ ਜਾ ਸਕਦੀਆਂ ਸੀ, ਡਿਮਾਂਡ ਪੂਰੀਆਂ ਵੀ ਕਰਾਈਆਂ ਜਾ ਸਕਦੀਆਂ। ਜੇ ਆਪਾਂ ਬਿੱਲਾਂ ਦੀ ਵਾਪਸੀ ਕਰਾ ਸਕਦੇ ਸੀ ਤਾਂ ਡਿਮਾਂਡਾਂ ਵੀ ਪੂਰੀਆਂ ਹੋ ਸਕਦੀਆਂ ਸੀ। ਇਹ ਮਸਲੇ ਬੜੇ ਵੱਡੇ ਸੋਲਵ ਹੋ ਸਕਦੇ ਸੀ, ਪੰਜਾਬ ਤੇ ਹਰਿਆਣੇ ਦੀ ਹੱਦ ਮਿਟ ਸਕਦੀ, ਸਾਰਾ ਕੁਝ ਹੋ ਸਕਦਾ। ਪਰ ਉਹਦੇ 'ਚ ਜਿਹੜਾ ਲੀਡਰਸ਼ਿਪ ਫੇਲੀਅਰ ਸੀ ਉਹ ਇਹ ਸੀ ਵੀ ਲੈਫਟ ਨੂੰ ਲੱਗਾ ਵੀ ਅਸੀਂ ਇਹਦੇ 'ਚ ਕੁਝ ਖੱਟ ਲਈਏ। ਔਰ ਲੈਫਟ ਨੂੰ ਇੱਕ ਗੱਲ ਸਮਝਣੀ ਚਾਹੀਦੀ ਹੈ ਵੀ ਪੰਜਾਬ ਦੇ ਵਿੱਚ ਇੱਥੇ ਇਹਨਾਂ ਦੇ ਪੈਰ ਨਹੀਂ ਲੱਗ ਸਕਦੇ, ਕਿਉਂਕਿ ਜਿਹੜੀ ਪੰਜਾਬ ਦੇ ਲੋਕ ਹੈ ਇਹਨਾਂ ਦੀ ਤਸਵੀਰ ਬੜੀ ਵੱਖਰੀ ਹੈ। ਲੈਫਟ ਲੱਭਦਾ ਪਰਫੈਕਟ ਵਿਕਟਮ, ਭਾਵ ਵੀ ਜਿਹੜੇ ਬੰਦੇ ਲਤਾੜੇ ਹੋਣ, ਮਾਰ ਖਾ ਰਹੇ ਹੋਣ, ਹੈ ਨਾ, ਉਹਨਾਂ ਨੂੰ ਫਿਰ ਉਹ ਕਹਿੰਦਾ ਵੀ ਅਸੀਂ ਤੁਹਾਨੂੰ ਇਨਕਲਾਬ ਲਿਆ ਕੇ ਦੱਸਾਂਗੇ। ਜਿਵੇਂ ਕ੍ਰਿਸਚਨ ਪਾਸਟਰ ਨਹੀਂ ਕਹਿੰਦੇ ਵੀ ਅਸੀਂ ਤੁਹਾਨੂੰ ਸਵਰਗਾਂ 'ਚ ਭੇਜਾਂਗੇ। ਇਸੇ ਤਰੀਕੇ ਨਾਲ ਲੈਫਟ ਦੀ ਪ੍ਰਾਪਤੀ ਕਰਨਗੇ ਬੜੇ ਸਾਰੇ ਧਰਮ। ਇਹ ਲੈਫਟ ਦੀ ਵੀ ਇਹੋ ਹੀ ਆ, ਪਰਫੈਕਟ ਵਿਕਟਮ ਚਾਹੀਦੇ ਉਹਨਾਂ ਨੂੰ। ਜਿਹੜੇ ਪੰਜਾਬ ਦੇ ਲੋਕ ਨੇ, ਜਿਹੜੇ ਸਿੱਖ ਨੇ, ਉਹ ਕਦੇ ਵੀ ਪਰਫੈਕਟ ਵਿਕਟਮ ਨਹੀਂ ਬਣਦੇ। ਉਹ ਕਹਿੰਦੇ ਵੀ ਅਸੀਂ ਆਪਣਾ ਸੰਘਰਸ਼ ਕਰਾਂਗੇ, ਕਰਦੇ ਰਹਿੰਦੇ ਆ। ਸੋ ਇਸੇ ਕਰਕੇ ਲੈਫਟ ਤੇ ਸਿੱਖੀ ਦਾ ਕਨਫਲਿਕਟ ਰਿਹਾ ਹੈ। ਔਰ ਉਹਨਾਂ ਨੇ ਬਕਾਇਦਾ ਤੌਰ 'ਤੇ ਸਟੇਜਾਂ 'ਤੇ ਕਬਜ਼ਾ ਕੀਤਾ। ਕਬਜ਼ਾ ਕਰਕੇ ਇਹ ਨਹੀਂ ਵੀ ਉਹਨਾਂ ਨੇ ਮਤਲਬ ਆਪਣਾ ਪ੍ਰੋਪੇਗੈਂਡਾ ਕੀਤਾ, ਸਿੱਖੀ ਨੂੰ ਪਿੱਛੇ ਵੀ ਧੱਕਿਆ। ਉੱਥੇ ਕੈਪਚਰ ਕਰਨ ਦੀ ਕੋਸ਼ਿਸ਼, ਨਿਸ਼ਾਨ ਸਾਹਿਬਾਂ ਨੂੰ ਲਵਾਉਣਾ, ਜਾਂ ਈਵਨ ਜਦੋਂ ਲਾਲ ਕਿਲ੍ਹੇ ਨਿਸ਼ਾਨ ਸਾਹਿਬ ਚੜਾਇਆ ਹੈ, ਉਦੋਂ ਸਾਨੂੰ ਇਹ ਗੱਲ ਦਾ ਪਤਾ ਵੀ ਉੱਥੇ ਨਾ ਸਾਰੇ ਹੀ ਲੋਕ ਸਨ ਹਰਿਆਣੇ ਦੇ, ਜਿਹੜੇ ਸੀ ਜਾਟ, ਜਿਹੜੇ ਆਪਣੇ ਸਿੱਖ, ਹਿਮਾਚਲ ਦੇ, ਸਾਰੇ ਬਹੁਤ। ਤੁਸੀਂ ਉਸ ਇੰਸਟੈਂਸ ਨੂੰ ਵਾਚ ਕਰ ਰਹੇ ਸੀ ਬੈਠੇ ਹੋਏ? ਬਹੁਤ ਉੱਥੇ ਨੌਜਵਾਨ ਸੀ ਜਿਹੜੇ ਲਾਈਵ ਵੀਡੀਓ ਵਗੈਰਾ ਚਲਾ ਰਹੇ ਸੀ। ਜਦੋਂ ਨਿਸ਼ਾਨ ਸਾਹਿਬ ਚਲਾਇਆ ਗਿਆ, ਉਦੋਂ ਸਾਰਿਆਂ ਨੇ ਜਕਾਰੇ ਛੱਡੇ, ਡਿਸਪਾਈਟ ਵੀ ਕੌਣ ਕਿਹੜੇ ਧਰਮ ਦਾ ਸੀ। ਉਹਨਾਂ ਨੂੰ ਬਹੁਤ ਇਸ ਗੱਲ ਦਾ ਸੀ ਵੀ ਅਸੀਂ ਕੋਈ ਬਹੁਤ ਵੱਡੀ ਅਚੀਵਮੈਂਟ ਕੀਤੀ ਹੈ। ਪਰ ਉਸ ਤੋਂ ਬਾਅਦ ਜਦੋਂ ਮੀਡੀਆ ਪ੍ਰੋਪੇਗੈਂਡਾ ਚੱਲਿਆ ਅਤੇ ਜਿਹੜਾ ਕਿਸਾਨ ਲੀਡਰਸ਼ਿਪ ਬੈਕਫੁੱਟ 'ਤੇ ਆ ਗਈ, ਉਹਨਾਂ ਨੇ ਬਕਾਇਦਾ ਤੌਰ 'ਤੇ ਨੌਜਵਾਨਾਂ ਨੂੰ ਦੋਸ਼ੀ ਐਲਾਨ ਦਿੱਤਾ। ਉਸ ਤੋਂ ਬਾਅਦ 'ਚ ਲੋਕਾਂ ਨੂੰ ਲੱਗਾ ਵੀ ਪਤਾ ਨਹੀਂ ਕੀ ਗਲਤ ਹੋ ਗਿਆ। ਵੈਸੇ ਪਹਿਲਾਂ ਕੋਈ ਗਲਤੀ ਕਿਸੇ ਨੇ ਨਾ ਕੀਤੀ ਸੀ, ਨਾ ਇਹ ਗਲਤ ਸੀ। ਔਰ 3-4 ਮਹੀਨੇ ਬਾਅਦ ਫਿਰ ਅਹਿਸਾਸ ਹੋਇਆ ਵੀ ਕੋਈ ਗਲਤੀ ਨਹੀਂ ਸੀ, ਪ੍ਰੋਪੇਗੈਂਡਾ ਹੀ ਹੋਇਆ। ਸੋ ਇਸ ਕਰਕੇ ਜਿਹੜਾ ਕਿਸਾਨ ਮੋਰਚਾ ਹੈ, ਇਹਦੇ 'ਚੋਂ ਬਹੁਤ ਕੁਛ ਅਸੀਂ ਪੋਜ਼ੀਟਿਵ ਲਿਆ ਹੈ, ਬਹੁਤ ਕੁਛ ਨੈਗੇਟਿਵ ਹੈ। ਨੈਗੇਟਿਵ ਇਹ ਆ ਵੀ ਅੱਗੇ ਤੋਂ ਸਿੱਖਾਂ ਨੂੰ ਆਪਣਾ ਲੀਡਰਸ਼ਿਪ ਕ੍ਰਾਈਸਿਸ ਦੂਰ ਕਰਨਾ ਪੈਣਾ, ਇੰਟਲੈਕਚੁਅਲ ਪੱਧਰ ਦੇ ਉੱਤੇ ਵੀ, ਅਤੇ ਵੈਸੇ ਵੀ ਸਾਨੂੰ ਆਪਣੀਆਂ ਸਟੇਜਾਂ ਅਸੀਂ ਲਾਉਣੇ ਆਪ ਆ। ਹੁਣ ਦੇਖੋ ਸਟੇਜ 'ਤੇ ਨੌਜਵਾਨਾਂ ਲਾਈ, ਸਿੱਖਾਂ ਨੇ ਲਾਈ, ਉੱਥੇ ਖੜ੍ਹ ਕੇ ਕੈਪਚਰ ਕੋਈ ਹੋਰ ਕਰ ਕੈਪਚਰ ਕਿਸੇ ਨੂੰ ਚੜਾਤਾ, ਅਤੇ ਉਹ ਸਿੱਖਾਂ ਵਰਗੇ ਦੇਖਦੇ ਨੇ। ਪ੍ਰੋਬਲਮ ਇਹ ਵੀ ਹੈ, ਉਹ ਬੰਦੇ ਅੰਮ੍ਰਿਤ ਵੀ ਛਕੀ ਫਿਰਦੇ ਨੇ, ਉਹਨਾਂ ਨੇ ਸਿੱਖਾਂ ਵਰਗਾ ਵੇਸ਼ ਭੂਸ਼ਾ ਵੀ ਬਣਾਈ ਹੈ। ਪਰ ਪਹਿਲਾ ਕੰਮ ਉਹਨਾਂ ਜਾਂਦਿਆਂ ਕੀ ਕਰਨਾ ਵੀ ਤੁਸੀਂ ਇੱਥੇ ਜੀ ਧਰਮਾਂ ਦੀ ਗੱਲ ਨਾ ਕਰੋ। ਕਿਉਂ ਵੀ ਮੈਂ ਕਹਿੰਦਾ ਸਾਰੇ ਧਰਮਾਂ ਦੀ ਗੱਲ ਹੋਣੀ ਚਾਹੀਦੀ। ਜੇ ਕੋਈ ਉੱਥੇ ਹਿੰਦੂ ਆਇਆ ਤਾਂ ਆਪਣੇ ਧਰਮ ਤੋਂ ਪ੍ਰੇਰਨਾ ਲੈ ਕੇ ਕੰਮ ਕਰੂਗਾ ਨਾ ਉੱਥੇ। ਔਰ ਇਹਨਾਂ ਦੀ ਬਾਇਸਨੈਸ ਪਤਾ ਕਿੱਥੇ ਖੜੀ ਹੈ? ਜਿਹੜੀ ਗਰਾਹਾਂ ਵਰਗੀ ਜਥੇਬੰਦੀ ਹੈ, ਉੱਥੇ ਨਮਾਜ਼ ਪੜ੍ਹਵਾਉਂਦਾ ਸਪੈਸ਼ਲੀ ਸੱਦ ਕੇ, ਔਰ ਉੱਥੇ ਉਹੋ ਹੀ ਬੰਦਾ ਨਿਸ਼ਾਨ ਸਾਹਿਬਾਂ ਨੂੰ ਉੱਥੋਂ ਕਹਿੰਦਾ ਵੀ ਪਰੇ ਲਾ ਜੋ, ਮੇਰੇ ਸਾਹਮਣੇ ਦਿਖਣੇ ਨਹੀਂ ਚਾਹੀਦੇ। ਸੋ ਜਿਵੇਂ ਲੈਫਟ ਦਾ ਮੁਸਲਿਮਸ ਨਾਲ ਅਲਾਈਅੰਸ ਹੈ, ਇਹ ਉੱਥੇ ਉਹਦੀ ਪੂਰਤੀ ਕਰਦੇ ਨੇ। ਡਰੈਸ ਕੋਡ ਸਾਡਾ ਯੂਜ਼ ਕੀਤਾ ਜਾ ਰਿਹਾ, ਪ੍ਰੈਫਰੈਂਸ ਕਿਸੇ ਹੋਰ ਨੂੰ ਦਿੱਤੀ ਜਾ ਰਹੀ ਹੈ। ਇਹ ਲੰਬੇ ਸਮੇਂ ਤੋਂ ਕਰਦੇ ਆਏ ਨੇ, ਕਿਉਂਕਿ ਇਹਨਾਂ ਨੂੰ ਇਹ ਜਿਵੇਂ ਹੁਣ ਪਾਸਟਰ ਕਰਦੇ ਨੇ ਨਾ, ਪਾਸਟਰ ਕੀ ਕਰਦੇ ਨੇ ਵੀ ਸਿੱਖ ਪਾਸਟਰ ਬਣਾਇਆ ਹੁੰਦਾ ਉਹਨਾਂ ਨੇ, ਨਾਲ ਸਿੰਘ ਲਾਇਆ ਹੁੰਦਾ ਹੈ। ਔਰ ਉਹ ਲੋਕਾਂ ਨੂੰ ਲੱਗਦਾ ਵੀ ਖਨੀ ਸਿੱਖੀ ਦਾ ਕੋਈ ਪ੍ਰਚਾਰ ਕਰਦਾ ਫਿਰਦਾ। ਲੋਕ ਉਹ ਸਬਕੌਂਸ਼ੀਅਸਲੀ ਫਰਕ ਨਹੀਂ ਕਰ ਪਾਉਂਦੇ
ਨਹੀਂ ਤੇ ਜਿਹੜੇ ਪਾਸਟਰ ਸੀ ਚਿੱਟੀ ਵਰਦੀ ਹੁੰਦੀ ਸੀ ਉਹਨਾਂ ਦੀ, ਪੰਜਾਬ 'ਚ ਆਣ ਕੇ ਨਾ ਸਾਰਾ ਕੁਝ ਚੇਂਜ ਕਰਤਾ। ਇਵੇਂ ਹੀ ਜਿਹੜੇ ਕਮਿਊਨਿਸਟ ਆ, ਕਮਿਊਨਿਸਟਾਂ ਨੇ ਪੰਜਾਬ ਦੇ ਵਿੱਚ ਆਣ ਕੇ ਉਹ ਰੂਪ ਅਡਾਪਟ ਕੀਤਾ ਜਿਹੜਾ ਸਿੱਖਾਂ ਦਾ, ਔਰ ਉਹਨਾਂ ਨੇ ਜੜ੍ਹਾਂ 'ਚ ਵੜ ਕੇ ਸਿੱਖੀ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ। ਤੁਸੀਂ ਕਿਹਾ ਯੂਥ ਦਾ ਬਹੁਤ ਵੱਡਾ ਰੋਲ ਰਿਹਾ, ਜਿਹੜੇ ਨੌਜਵਾਨਾਂ ਨਾਲ ਧੱਕਾ ਹੋਇਆ, ਬੈਕਫੁੱਟ ਤੇ ਕੀਤਾ ਗਿਆ, ਤੁਹਾਨੂੰ ਨੌਜਵਾਨ ਪਸੰਦ ਕਰਦੇ ਨੇ, ਕੀ ਉਹਨਾਂ ਨਾਲ ਤੁਸੀਂ ਸੰਪਰਕ ਕੀਤਾ ਜਾਂ ਮਿਲੇ? ਨਹੀਂ ਦੇਖੋ, ਸਾਰੇ ਨੌਜਵਾਨ ਜਿਹੜੇ ਸੀ ਹਰਿਆਣੇ ਦੇ, ਪੰਜਾਬ ਦੇ, ਜਿਹੜੇ ਉੱਥੇ ਜਿਨ੍ਹਾਂ ਨੂੰ ਧੱਕਿਆ ਗਿਆ ਸਟੇਜਾਂ ਤੋਂ, ਜਿਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਗਿਆ, ਉਹਨਾਂ ਨੌਜਵਾਨਾਂ ਨਾਲ ਮੁਲਾਕਾਤ ਹੋਈ ਔਰ ਉਹਨਾਂ ਨੌਜਵਾਨਾਂ ਦੇ ਨਾਲ ਇਹ ਵਿਚਾਰ ਚਰਚਾ ਵੀ ਹੋਈ, ਔਰ ਉਹ ਨੌਜਵਾਨ ਵੀ ਹੁਣ ਅੱਗੇ ਤੋਂ ਮੈਚਿਓਰ ਹੋ ਗਏ, ਨਾ ਤੇ ਉਹਨਾਂ ਦੀ ਗੱਲਾਂ 'ਚ ਆਉਣਗੇ ਔਰ ਨਾ ਹੀ ਉਹ ਮਤਲਬ ਬੰਦੇ ਐਸੇ ਆ ਵੀ ਜਿਹੜੇ ਹੁਣ ਸਟੇਜਾਂ ਲਾ ਕੇ ਇਹਨਾਂ ਦੇ ਹੱਥੀਂ ਫੜਾ ਦੇਣਗੇ। ਕਿਉਂਕਿ ਸ਼ਾਇਦ ਆਪ ਜੀ ਇੱਥੇ ਨਹੀਂ ਸੀ, ਮੇਰੀ ਜਾਣਕਾਰੀ ਲਈ ਗੱਲ ਦੱਸਦਾ, ਸਾਰੀ ਰਾਤ ਉਹਨਾਂ ਨੌਜਵਾਨਾਂ ਨੇ ਡਿਊਟੀਆਂ ਦਿੱਤੀਆਂ। ਅੱਜ ਜੋ ਇੰਟਰਵਿਊ ਸਿੱਖ ਸੰਗਤ ਟੀਵੀ ਤੇ ਚੱਲ ਰਿਹਾ, 1.5 ਸਾਲ ਇਸ ਚੈਨਲ ਨੇ, ਇਕੱਲੇ ਚੈਨਲ ਨੇ ਪੂਰੇ ਮੋਰਚੇ ਦੀ ਫ੍ਰੀ ਸੇਵਾ ਕੀਤੀ ਸੀ ਐਂਡ ਤੱਕ, ਜਿਸ ਦਿਨ ਮੋਰਚਾ ਖਤਮ ਹੋਇਆ। ਤੇ ਅਸੀਂ ਰਾਤੀ ਵੇਖਦੇ ਸੀ ਕਿ ਸਾਰੀ ਰਾਤ ਉਹ ਠੰਡ 'ਚ ਖੜੇ ਰਹਿੰਦੇ ਸੀਗੇ, ਪਰ ਜਦੋਂ ਉਹਨਾਂ ਦੀ ਟਰਾਲੀਆਂ ਜਾਂ ਉਹਨਾਂ ਨੂੰ ਧੱਕਿਆ ਗਿਆ ਤਾਂ ਸਾਡੇ ਵੀ ਮਨਾਂ ਨੂੰ ਬਹੁਤ ਠੇਸ ਲੱਗੀ ਵੀ ਕਿਧਰੇ ਨਾ ਕਿਧਰੇ ਪੋਲੀਟੀਸ਼ੀਅਨ ਸਿਸਟਮ ਨੂੰ ਭਾਵਨਾ ਦੇ ਸਿਸਟਮ ਨਾਲ ਕੰਪੇਅਰ ਨਾ ਕੀਤਾ ਜਾਵੇ। ਉਹ ਭਾਵਨਾ 'ਚ ਖੜੇ ਸੀ ਸਾਰੀ ਰਾਤ, ਔਰ ਠੰਡ ਦਾ ਵੇਲਾ ਸੀ, ਸ਼ਾਇਦ ਤੁਸੀਂ ਦੇਖਿਆ ਹੋਣਾ ਇਹ ਵੀਡੀਓਜ਼। ਦੇਖੋ ਉੱਥੇ ਠੰਡ ਤੇ ਗਰਮੀ ਦੋਵੇਂ ਚੀਜ਼ਾਂ ਹਟਾਈਆਂ ਨੇ ਲੋਕਾਂ ਨੇ, ਔਰ ਇੱਕ ਚੰਦ ਕੁ ਲੋਕ ਨੇ ਜਿਹੜੇ ਲੈਫਟ ਦੇ, ਔਰ ਜਿਹੜੇ ਉੱਥੇ ਇਹਨਾਂ ਦੇ ਪਿੱਛੇ ਲੱਗੇ ਨੇ ਉਹਨਾਂ ਨੂੰ ਵੀ ਨਹੀਂ ਪਤਾ ਵੀ ਕੀ ਹੈ, ਕਿਉਂਕਿ ਇਹ ਡਿਫਰੈਂਸ਼ੀਏਟ ਨਹੀਂ ਨਾ ਕਰਦੇ ਆਪਣੇ ਆਪ ਨੂੰ। ਸਭ ਤੋਂ ਵੱਡਾ ਪਤਾ ਕਨਫਿਊਜ਼ਨ ਕਿੱਥੇ ਖੜੀ ਹੈ, ਜਿਵੇਂ ਲੈਫਟ ਇੱਕ ਵਿਚਾਰਧਾਰਾ ਲੈ ਕੇ ਚੱਲਿਆ ਸੰਸਾਰ ਪੱਧਰ ਦੇ ਉੱਤੇ, ਮਾਰਕਸਿਸਟ ਦਾ ਆਈਡੀਆ ਲੈ ਕੇ ਚੱਲਿਆ, ਮਾਰਕਸਿਜ਼ਮ ਸੋਸ਼ਲਿਜ਼ਮ ਦਾ ਆਈਡੀਆ ਹੈ, ਔਰ ਸੋਸ਼ਲਿਜ਼ਮ ਦਾ ਆਈਡੀਆ ਬਕਾਇਦਾ ਆਪਣੇ ਆਪ 'ਚ ਇੱਕ ਰਿਲੀਜਨ ਹੈ। ਪਰ ਇਹਨਾਂ ਦੀ ਸਭ ਤੋਂ ਵੱਡੀ ਪ੍ਰੋਬਲਮ, ਇਹਨਾਂ ਦਾ ਕੋਡ ਆਫ ਕੰਡਕਟ, ਕੋਈ ਡਰੈਸ ਕੋਡ ਹੈ ਨਹੀਂ। ਇਹ ਜਿੱਥੇ ਜਾਂਦੇ ਨੇ ਉੱਥੋਂ ਦੇ ਕਲਚਰ 'ਚ ਪਹਿਲਾਂ ਆਪ ਇਨਫਿਲਟਰੇਟ ਕਰਦੇ ਨੇ, ਉੱਥੋਂ ਦੇ ਬਣ ਕੇ ਉੱਥੋਂ ਦਾ ਨੁਕਸਾਨ ਕਰਦੇ ਨੇ। ਔਰ ਇਹੋ ਹੀ ਸਾਨੂੰ ਰੈਕੋਗਨਾਈਜ਼ ਕਰਨ ਦੀ ਲੋੜ ਹੈ ਵੀ ਬੰਦਾ ਅੱਜ ਦੇ ਸਮੇਂ 'ਚ ਸਿੱਖ ਨਜ਼ਰ ਆ ਸਕਦਾ ਵੇਖਣ ਨੂੰ, ਪਰ ਉਹ ਬੰਦਾ ਹੋ ਸਕਦਾ ਵੀ ਸਿੱਖ ਨਜ਼ਰ ਆਉਂਦਾ ਹੋਵੇ ਤੇ ਏਜੰਟ ਲੈਫਟ ਦਾ ਹੋਵੇ। ਜਿਵੇਂ ਜਹਾਦ ਦਾ ਨਾਰਾ, ਇਹਦਾ ਮਤਲਬ ਸਿੱਧਾ ਮੁਸਲਮਾਨ ਜਿਹੜਾ ਜਹਾਦ ਦਾ ਨਾਰਾ ਲਾਊਗਾ ਤੇ ਇਸਲਾਮਿਕ ਰੂਲ ਖੜਾ ਕਰਨ ਦੀ ਗੱਲ ਕਰਦਾ ਹੈ। ਜਿਵੇਂ ਕਿ ਹਿੰਦੂ ਰਾਸ਼ਟਰ ਦਾ ਨਾਰਾ ਹੈ, ਭਾਵ ਉਹ ਹਿੰਦੂਆਂ ਦਾ ਰਾਜ ਲਿਆਉਣ ਦੀ ਗੱਲ ਹੈ। ਇਸੇ ਤਰ੍ਹਾਂ ਜਿਹੜਾ ਇਨਕਲਾਬ ਦਾ ਨਾਰਾ ਹੈ, ਇਨਕਲਾਬ ਜਿੰਦਾਬਾਦ ਦਾ, ਉਹ ਮਾਰਕਸਿਸਟ ਰੂਲ ਲਿਆਉਣ ਦੀ ਗੱਲ ਹੈ, ਉਹਦੇ 'ਚ ਹੋਰ ਕੁਝ ਨਹੀਂ ਹੈਗਾ। ਫਿਰ ਰਾਜ ਕਰੇਗਾ ਖਾਲਸਾ ਕੀ? ਇਹ ਖਾਲਸੇ ਦਾ ਰਾਜ ਲਿਆਉਣ ਦੀ ਗੱਲ ਹੈ, ਖਾਲਸੇ ਦਾ ਰਾਜ। ਪਰ ਇਹ ਨਹੀਂ ਨਾ ਕਹਿੰਦਾ ਵੀ ਅਸੀਂ ਗੁਰਦੁਆਰਿਆਂ ਨੂੰ ਬੰਦ ਕਰ ਦੇਣਾ, ਅਸੀਂ ਮੰਦਿਰਾਂ ਨੂੰ ਬੰਦ ਕਰ ਦੇਣਾ। ਖਾਲਸੇ ਦਾ ਰਾਜ ਦੀ ਤੇ ਖੂਬਸੂਰਤੀ ਹੈ ਵੀ ਸਰਬੱਤ ਦੇ ਭਲੇ ਦਾ ਸਿਧਾਂਤ ਕੇਵਲ ਖਾਲਸੇ ਕੋਲ ਹੈ। ਮਾਰਕਸਿਸਟ ਪਹਿਲੀ ਜਿਹੜੀ ਸੋਸ਼ਲਿਜ਼ਮ ਤੇ ਮਾਰਕਸਿਜ਼ਮ ਆਈਡੀਆ ਦੀ ਪਹਿਲੀ, ਉਹ ਕਹਿੰਦੇ ਧਰਮ ਛੱਡੋ, ਉਹ ਡਿਮਾਂਡ ਕਰਦੇ ਨੇ ਵੀ ਧਰਮ ਜਿਹੜਾ ਵਾ ਇਹ ਫੀਮ ਹੈ, ਇਹਨੂੰ ਛੱਡ ਦੇਣਾ ਚਾਹੀਦਾ ਹੈ। ਸਿੱਖ ਤੇ ਡਿਮਾਂਡ ਨਹੀਂ ਕਰਦੇ, ਸਿੱਖ ਤੇ ਨਾਸਤਿਕ ਨੂੰ ਵੀ ਨਹੀਂ ਕਹਿੰਦੇ ਵੀ ਤੁਸੀਂ ਧਰਮੀ ਬਣ ਜਾਓ। ਜੇ ਤੁਹਾਡੇ ਕੋਲ ਰਾਜ ਆ ਜਾਏ, ਸੋਸ਼ਲਿਜ਼ਮ, ਡੈਮੋਕ੍ਰੈਟਿਕ ਜਾਂ ਹਲੀਮੀ ਰਾਜ, ਕਿਹਨੂੰ ਪ੍ਰੈਫਰ ਕਰੋਗੇ? ਸਾਡਾ ਤੇ ਹਲੀਮੀ ਰਾਜ ਹੀ ਹੈ। ਦੇਖੋ ਸੋਸ਼ਲਿਜ਼ਮ ਦਾ ਆਈਡੀਆ ਫੇਲਡ ਆਈਡੀਆ, ਉਹ ਫੇਲ ਹੋ ਗਿਆ। ਬਾਕੀ ਡੈਮੋਕ੍ਰੇਸੀ ਨੂੰ ਵੀ ਪ੍ਰੈਫਰ ਨਹੀਂ ਕਰਦੇ। ਇਹ ਡੈਮੋਕ੍ਰੇਸੀ ਦੇ ਵਿੱਚ ਬਹੁਤ ਚੀਜ਼ਾਂ ਦੀ ਸੋਧ ਹੋਣ ਵਾਲੀ ਹੈ। ਡੈਮੋਕ੍ਰੇਸੀ ਕੋਈ ਮਾੜਾ ਸਿਧਾਂਤ ਨਹੀਂ, ਪਰ ਡੈਮੋਕ੍ਰੇਸੀ ਦੇ ਵਿੱਚ ਸੋਧ ਹੋਣ ਵਾਲੀ ਹੈ। ਹੁਣ ਡੈਮੋਕ੍ਰੇਸੀ ਦਾ ਹੀ ਅਸੀਂ ਭੁਗਤ ਰਹੇ ਹਾਂ ਨਾ ਮੌਕੇ ਉੱਤੇ। ਸਾਡੀ ਪਾਪੂਲੇਸ਼ਨ ਘੱਟ ਹੋਣ ਦਾ ਕਰਕੇ ਸਾਡੇ ਕੋਲ ਰਾਈਟ ਘੱਟ ਗਏ। ਔਰ ਉਹ ਕੌਮ ਜਿਹਨੇ 8% ਹੁੰਦਿਆਂ ਰਾਜ ਕੀਤਾ ਸੀ, 9% ਹੁੰਦਿਆਂ, ਉਹ ਕੌਮ ਅੱਜ 2% 'ਤੇ ਆਈ ਤੇ ਉਹ ਗੁਲਾਮੀ 'ਚ ਆ ਪਈ। ਸੋ ਡੈਮੋਕ੍ਰੇਸੀ ਦੇ ਵਿੱਚ ਵੀ ਜਿਵੇਂ ਸੰਵਿਧਾਨ ਦੇ ਮੌਕੇ ਸਾਡੇ ਸਿੱਖਾਂ ਨੇ ਸਾਈਨ ਨਹੀਂ ਕੀਤੇ, ਕੌਨਸਟੀਟਿਊਸ਼ਨ ਦੇ ਉੱਤੇ ਮਨਾ ਕਰ ਦਿੱਤਾ, ਇੱਦਾਂ ਹੀ ਜੇ 4 ਕੌਮਾਂ ਵਸਦੀਆਂ, 5 ਕੌਮਾਂ ਵਸਦੀਆਂ ਸੀ ਵੱਡੀਆਂ, ਉਹਨਾਂ ਕੋਲ ਵੀਟੋ ਪਾਵਰ ਚਾਹੀਦੀਆਂ ਸੀ। ਜਿਵੇਂ ਅੰਗਰੇਜ਼ਾਂ ਨੇ ਸਾਰਿਆਂ ਨੂੰ ਤਾਂ ਹੀ ਬੁਲਾਇਆ ਸੀ ਵੀ ਸਭ ਕੋਲ ਇੱਕ ਵੀਟੋ ਪਾਵਰ ਸੀ, ਔਰ ਇਹ ਵੀਟੋ ਪਾਵਰਸ ਰੱਦ ਹੋਈਆਂ। ਉਸ ਤੋਂ ਬਾਅਦ ਸਿੱਖਾਂ ਦੀ ਕੋਈ ਸੇ ਨਹੀਂ। ਹੁਣ ਇੱਕ ਸਿੰਪਲ ਗੱਲ ਹੈ ਵੀ ਸਿੱਖਾਂ ਦਾ ਆਨੰਦ ਮੈਰਿਜ ਐਕਟ ਹੈ। ਹੁਣ ਇਹਦੇ 'ਚ ਕਿਸੇ ਮੁਸਲਮਾਨ ਨੂੰ ਜਾਂ ਹਿੰਦੂ ਨੂੰ ਕੀ ਮਤਲਬ ਹੋਣਾ ਚਾਹੀਦਾ ਵੀ ਸਿੱਖ ਆਪਣੇ ਵਿਆਹ ਨੂੰ ਕਿਵੇਂ ਰਜਿਸਟਰ ਕਰਾਉਣਾ ਚਾਹੁੰਦੇ। ਪਰ ਡੈਮੋਕ੍ਰੇਸੀ ਦੀ ਇਹ ਸਭ ਤੋਂ ਵੱਡਾ ਫਲॉ ਵੀ ਹੈ ਵੀ ਡੈਮੋਕ੍ਰੇਸੀ 'ਚ ਉਹ ਜਿਹੜੇ ਉਹ MP ਹੈ ਸਿੱਖਾਂ ਦੇ, ਤੇ 5-7 MP ਹੋਣਗੇ, ਹੱਦ 8-10 ਹੋ ਜਾਣਗੇ ਜੀ, ਉਹਨਾਂ ਦੀ ਰਾਏ ਨਹੀਂ ਮੰਨੀ ਜਾਣੀ। ਇਹ ਮੰਨੀ ਜਾਣੀ ਹੈ ਉਹਨਾਂ ਦੀ ਰਾਏ ਜਿਹੜੀ ਮਤਲਬ ਹੋਰ 200-250 MP ਹੈ, ਜਿਹੜਾ ਚਾਹੁੰਦਾ ਹੀ ਨਹੀਂ ਵੀ ਸਿੱਖ ਅਲੱਦਗੀ, ਮਤਲਬ ਸਿੱਖਾਂ ਨੂੰ ਇੱਕ ਵੱਖਰਾ ਧਰਮ। ਮਗਰ ਅੰਮ੍ਰਿਤਪਾਲ ਤੇ ਹਲੀਮੀ ਰਾਜ ਨੂੰ ਪ੍ਰੈਫਰ ਕਰ ਰਹੇ ਨੇ। ਹਲੀਮੀ ਰਾਜ ਦੀਆਂ ਬਾਉਂਡਰੀਜ਼ ਕੀ ਹੋਣਗੀਆਂ? ਦੇਖੋ, ਰਾਜ ਦੀ ਬਾਉਂਡਰੀਜ਼ ਕਦੇ ਵੀ ਡਿਫਾਈਨਡ ਨਹੀਂ ਹੁੰਦੀ। ਅਗਰ ਅਸੀਂ ਰਾਜ ਲਾਂਗੇ ਜੀ, ਉਹਦੇ ਬਾਉਂਡਰੀਜ਼ ਤਾਂ ਬਾਉਂਡਰੀਜ਼ ਮੈਂ ਨੈਗੋਸ਼ੀਏਸ਼ਨ ਤੇ ਡਿਪੈਂਡ ਕਰਦਾ ਤੁਹਾਡੀ ਤੇ। ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ ਰਾਜ ਕੀਤਾ ਪਹਿਲਾਂ। ਹੁਣ ਜੇ ਉਹਨੂੰ ਕੋਈ ਕਹਿੰਦਾ ਵੀ ਤੂੰ ਲਾਹੌਰ ਤੇ ਰਾਜ ਕਰਨਾ, ਛੋਟਾ ਜਿਹਾ ਰਾਜ ਹੈ ਤੇ ਬਿਲਕੁਲ, ਜਿੰਨਾ ਚਿਰ ਤੁਸੀਂ ਰਾਜ ਨਹੀਂ ਲੈਂਦੇ ਐਕਸਪੈਂਡ ਕਿਵੇਂ ਕਰੋਗੇ? ਐਕਸਪੈਂਡ ਜਿਹੜਾ ਕਰਨਾ ਹੈ ਉਹ ਤਾਂ ਰਾਜ ਤੋਂ ਬਾਅਦ ਹੀ ਆਉਂਦਾ, ਔਰ ਬਾਉਂਡਰੀ ਚੇਂਜ ਹੁੰਦੀ ਰਹਿੰਦੀ। ਹੁਣ ਚੀਨ ਭਾਰਤ ਦੇ ਅੰਦਰ ਆ ਗਿਆ ਕਿੰਨਾ, ਤੇ ਜੇ ਬਾਉਂਡਰੀ ਐਡੀ ਸੇਕਰਡ ਹੋਵੇ, ਵੀ ਇੰਨੀ ਸੇਕਰਡਨੈਸ ਹੋਵੇ ਬਾਉਂਡਰੀ 'ਚ, ਫਿਰ ਤੇ ਸਾਰੇ ਬੰਦੇ ਨੂੰ ਮਰ ਜਾਣਾ ਚਾਹੀਦਾ ਉੱਥੇ ਜਾ ਕੇ। किसान आंदोलन तो गल शुरू की थी भाई साहब नाल जी, आपने भी किसान आंदोलन में बहुत बड़ा एक रोल अदा करा है, कैसे देखा है और क्या प्राप्ति रही है किसान आंदोलन से?
देखो भाई साहब, जो भाई साहब ने जो बातें कही है ना, इन बातों से मैं एग्री करता हूँ, क्योंकि जो इंडियन सोसाइटी है, ये इंडियन सोसाइटी, ये ठीक है 21वीं सदी चल रही है, लेकिन इंडियन सोसाइटी आज 14वीं और 15वीं शताब्दी में जी रही है। जैसे आज भी लोगों की ये मान्यता है कि मक्का मदीना में है ना जो शिवलिंग रखा हुआ है और वहाँ कोई गंगा का जल चढ़ा दे, शिव जी को वो रोज मतलब पीटते हैं जो मुसलमान हैं, तो शिव जी मुक्त हो जाएंगे। तो वो लोग रह तो रहे 21वीं सदी में, लेकिन जी रहे हैं वो सतयुग, कलयुग, त्रेता युग में। तो पहले तो हमको ये समझना पड़ेगा कि इंडियन जो साइकोलॉजी है, जो मानस है भारतीय समाज का, वो किस तरीके से सोचता है। गुरु नानक देव जी इस बात को जानते थे। देखो, जो मार्क्सिज्म की जो फिलॉसफी है, डायलेक्टिकल मेटेरियलिज्म क्या है, सोशलिज्म क्या है, वो नास्तिक बना रहे हैं लोगों को। डेमोक्रेटिक सेंट्रलिज्म क्या है, आप किसी से पूछ लो ना, आप किसी को समझा सकते, ना किसी की समझ में आएंगी चीज़ें। यहाँ चीज़ें क्या समझ में आएंगी, यहाँ जो हमारी होंद है ना, और जो हमारी होंद से जुड़ी हुई बातें हैं वो समझ में आएंगी। जैसे राम है, जैसे कृष्ण है, जैसे अल्लाह है, जैसे हरि है। इन शब्दों से गुरु नानक देव जी ने यात्रा शुरू की और हमारी चेतना को अकाल पुरख तक पहुंचा दिया। कॉम्युनिस्ट जो है उसको हरियाणा में कहा जाता है भाई साहब कौम नष्ट, जो मतलब कौम को नष्ट करने वाला फिनोमिना हो। वो आप गांव के एक आदमी को नास्तिक बना दोगे, 2 आदमी को नास्तिक बना दोगे, पूरे गांव को नास्तिक नहीं बना सकते। ये बात फिर कम्युनिस्टों की भी समझ में आई। फिर एक इन्होंने क्या किया, जैसे कबूतर उड़ रहा है ना, शिकारी क्या करता है, शिकारी ने एक कबूतर पाल लिया और उस कबूतर को उसने ट्रेंड किया। वो कबूतर आके बैठ जाया करता दाना चुगने के लिए, दूसरे कबूतर उसके फटफेड़ में आके, उसके चक्कर में आके दाना चुगने बैठ जाते। शिकारी सारे कबूतरों को मार के खा जाता, अपने कबूतर को 2 दाने भाई साहब ज़्यादा खिलाता। तो ये ट्रेंड कबूतर हैं। ये जो हमारे वेश में आएंगे, जो कम्युनिस्ट हैं या RSS के लोग हैं, या इवन क्रिश्चियन जो ये नियो क्रिश्चियनिज्म जो शुरू हुए हैं, ये ट्रेंड कबूतर हैं। हमको इन ट्रेंड कबूतरों का मुकाबला करना है तो हमें जो ट्रेंड फौज है गुरु नानक देव जी की, उसमें हमें अपने आप को डालना पड़ेगा। खालसा पंथ की जो फौज है वो ट्रेंड कमांडोज हैं। हम मतलब ट्रेंड कमांडोज हैं जो ट्रेंड कबूतरों का हम मुकाबला करेंगे। अच्छा, दूसरी बात, हम लोग हिस्टोरिकल कंट्राडिक्शंस नहीं खड़ी करेंगे, सुई की तरह हम लोग काम करेंगे जो गुरु नानक देव जी ने हमें सिखाया है, कैंची की तरह नहीं। सर छोटू राम जी का सर सिकंदर अयाद खान का क्या कन्फ्लिक्ट था, मियाँ सर फजल हुसैन साहब का सर सिकंदर अयाद खान का क्या कन्फ्लिक्ट था। ये झूठे कन्फ्लिक्ट खड़े जो है, झूठे नैरेटिव खड़े किए जाते हैं प्रिंसिपल कंट्राडिक्शन को रोकने के लिए। प्रिंसिपल कंट्राडिक्शन जो है, जो मैं समझता हूँ प्रिंसिपल कंट्राडिक्शन है विपरण की रीत, तो उसके ऊपर हम लोग फोकस करेंगे, नॉन इश्यूज पे हम लोग नहीं जाएंगे। भाई साहब जी, खालिस्तान का शब्द अक्सर प्राचीन समय तो चलता आ रहा है। 1947 ਦੇ ਵਿੱਚ ਖਾਲਿਸਤਾਨ ਦੀ ਇੱਕ ਵਾਰੀ ਤਿਆਰੀ ਕੀਤੀ ਗਈ, ਆਵਾਜ਼ ਰੱਖੀ ਗਈ, ਮਰ ਹਾਸਿਲ ਨਹੀਂ ਹੋ ਪਾਇਆ। ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜੀ? ਨਹੀਂ ਦੇਖੋ, ਹਿਸਟਰੀ ਜਿਹੜੀ ਆ, ਜਿਹੜੀਆਂ ਓਪਰਚੁਨਿਟੀਜ਼ ਹਿਸਟਰੀ ਭਰੀ ਇਹਨਾਂ ਚੀਜ਼ਾਂ ਨਾਲ ਪਈ ਹੈ ਵੀ ਓਪਰਚੁਨਿਟੀਜ਼ ਬਹੁਤ ਮਿਸ ਹੋਈਆਂ ਹਿਸਟਰੀ ਦੇ ਵਿੱਚ। ਔਰ 1934 ਚ ਪਹਿਲਾ ਮਤਾ ਪੈਂਦਾ ਖਾਲਿਸਤਾਨ ਦਾ, ਉਸ ਤੋਂ ਬਾਅਦ 'ਚ ਵੱਖ-ਵੱਖ ਥਾਵਾਂ 'ਤੇ ਇਹਦੀ ਗੱਲ ਹੁੰਦੀ ਰਹਿੰਦੀ ਹੈ। 1947 ਤੋਂ ਬਾਅਦ 49 ਦੇ ਵਿੱਚ ਵੀ ਮਹਾਰਾਜਾ ਪਟਿਆਲਾ ਇਹ ਕਹਿੰਦਾ ਹੈ ਵੀ ਸਾਨੂੰ ਖਾਲਿਸਤਾਨ ਚਾਹੀਦਾ। ਔਰ ਫਿਰ ਪੰਜਾਬੀ ਸੂਬੇ ਦਾ ਸੰਘਰਸ਼ ਸ਼ੁਰੂ ਹੋ ਜਾਂਦਾ ਹੈ। ਔਰ ਸਿੱਖਾਂ ਨੂੰ ਉਦੋਂ ਲੱਗਦਾ ਸੀ ਵੀ ਹੁਣ ਆਪਾਂ ਇੰਨੀ ਮਾਰ ਧੜ ਕਰਕੇ, ਇੰਨੀ ਜ਼ੁਲਮ ਸਹਿ ਕੇ ਜਿਹੜਾ ਹੈ, ਇੰਨੀਆਂ ਜ਼ਮੀਨਾਂ ਛੱਡ ਕੇ ਇੱਥੇ ਆਏ ਹਾਂ, ਅਤੇ ਕੋਈ ਨਹੀਂ ਆਪਾਂ ਇੱਕ ਵਾਰੀ ਇਹਨਾਂ ਦੇ ਨਾਲ ਰਹਿ ਕੇ ਦੇਖੀਏ, ਕਿਉਂਕਿ ਇਹਨਾਂ ਨੇ, ਅਸੀਂ ਮੁਸਲਮਾਨਾਂ ਦੇ ਤਾਂ ਰਹੇ ਸੀ ਹਿਸਟੋਰੀਕਲੀ, ਸਾਡਾ ਕਨਫਲਿਕਟ ਰਿਹਾ ਬਹੁਤ ਵੱਡਾ ਮੁਗਲਾਂ ਦੀ ਸਟੇਟ ਤੋਂ ਲੈ ਕੇ ਜਿਹੜੇ ਇਹ ਰਾਜ ਹੋਏ ਆ ਮੁਗਲਾਂ ਦੇ ਜਾਂ ਪਠਾਣਾਂ ਦੇ, ਜਿਨ੍ਹਾਂ ਦੇ ਵੀ ਰਾਜ ਹੋਏ, ਧਾੜਵੀ ਆਉਂਦੇ ਰਹੇ ਆ। ਔਰ ਉਹਨਾਂ ਦਾ ਕਨਫਲਿਕਟ ਕਰਕੇ ਸਾਨੂੰ ਇਹ ਸੀ ਵੀ ਇੱਧਰ ਰਹਿੰਦੇ ਆ। ਇਹਨਾਂ ਨੇ ਫਿਰ 65 'ਚ ਜੋ ਬਾਅਦ ਸੂਬਾ ਬਣਦਾ ਹੈ, ਪੰਜਾਬ ਹਰਿਆਣਾ ਅਲੱਗ ਹੁੰਦੇ ਆ, ਉਸ ਤੋਂ ਬਾਅਦ 'ਚ ਜਦੋਂ ਸਿੱਖਾਂ ਨੂੰ ਇਹ ਰਿਅਲਾਈਜੇਸ਼ਨ ਹੁੰਦੀ ਹੈ ਵੀ ਨਹੀਂ ਇੱਥੇ, ਤੇ ਗੱਲ ਫਿਰ ਮੁੜ ਕੇ ਉੱਥੇ ਆਣ ਕੇ ਖੜ ਜਾਂਦੀ। ਖਾਲਿਸਤਾਨ ਕੋਈ ਨਵਾਂ ਕਨਸੈਪਟ ਨਹੀਂ ਸੀ ਹੈਗਾ, ਇਹ ਪਹਿਲਾਂ ਦਾ ਕਨਸੈਪਟ ਹੀ ਪੰਜਾਬ ਦੇ ਸੋਵਰਨ। ਜਦੋਂ ਸਤਾਨ ਦਾ ਸ਼ਬਦ, ਪਾਕਿਸਤਾਨ ਕਿਹੜਾ ਪਹਿਲਾਂ ਸੀ ਹੈਗਾ, ਪਾਕਿਸਤਾਨ ਵੀ ਤਾਂ ਉਦੋਂ ਹੀ ਬਣਿਆ ਨਾ। ਹਿਸਟਰੀ 'ਚ ਪਾਕਿਸਤਾਨ ਸ਼ਬਦ ਨਹੀਂ ਹੈਗਾ ਕਿਤੇ ਵੀ। ਸੋ ਇਸ ਕਰਕੇ ਸ਼ਬਦ ਨਾਲ ਤਾਂ ਕੋਈ ਗੱਲ ਨਹੀਂ ਸੀ। ਉਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਹਨੂੰ ਵਾਪਸ ਮੰਗਣ ਵਾਲੀ ਗੱਲ ਸੀ। ਉਹਦੇ 'ਚ ਇਹ ਹੁੰਦਾ ਵਾ ਵੀ ਸਿੱਖਾਂ ਨੇ ਇਹ ਸੋਚਿਆ ਵੀ ਚਲੋ ਹੁਣ ਜਦੋਂ ਇੱਕ ਨਾ ਕੌਮ ਦੁਬਾਰਾ ਸੰਘਰਸ਼ ਸ਼ੁਰੂ ਕਰਦੀ ਹੈ ਨਵੇਂ ਸਿਰੇ ਤੋਂ, ਔਰ ਹੌਲੀ ਹੌਲੀ ਉਹਨੂੰ ਐਂ ਲੱਗਦਾ ਹੋਪ ਆ ਜਾਂਦੀ ਨਵੇਂ ਪਾਸੇ, ਉੱਧਰੋਂ ਉੱਜੜ ਕੇ ਆਏ ਸਾਨੂੰ ਲੱਗਦਾ ਵੀ ਇੱਧਰ ਕੁਛ ਨਾ ਕੁਛ ਬਣ ਜੂ, ਇੱਧਰ ਨਹੀਂ ਬਣਿਆ। ਅਖੀਰ ਨੂੰ ਦਰਬਾਰ ਸਾਹਿਬ 'ਤੇ ਹਮਲਾ ਹੁੰਦਾ, ਉਦੋਂ ਕੌਮ ਇਹ ਲਕੀਰ ਖਿੱਚ ਲੈਂਦੀ ਵੀ ਹੁਣ ਅੱਜ ਇਹ ਨਹੀਂ ਹੈਗਾ ਵੀ ਇੱਕ ਵਾਰੀ ਹਮਲਾ ਹੋ ਗਿਆ,
ਅੱਜ ਵੀ ਤੇ ਇੱਥੇ ਧਮਕੀਆਂ ਆ ਰਹੀਆਂ ਨੇ ਵੀ ਤੁਹਾਡੇ ਤੇ ਹਮਲਾ ਕਰ ਦਿਆਂਗੇ, ਔਰ ਅੱਜ ਵੀ ਉਹ ਪੋਟੈਂਸ਼ੀਅਲ ਰੱਖਦੇ ਨੇ ਹਮਲਾ ਕਰਨ ਦਾ। ਸੋ ਕੌਮ ਕਿੱਦਾਂ ਤੈਅ ਕਰਦੀ ਹੈ ਵੀ ਅਸੀਂ ਸੋਵਰਨਟੀ ਲੈਣੀ ਕਿ ਨਹੀਂ ਲੈਣੀ। ਇਹ ਨਹੀਂ ਵੀ ਬਿਲਕੁਲ ਤੁਹਾਡੇ ਤੇ ਨਾ ਵੀ ਜ਼ੁਲਮ ਹੋਇਆ ਹੋਵੇ ਕੋਈ, ਤਾਂ ਵੀ ਤੁਸੀਂ ਸੋਵਰਨਟੀ ਲੈਣੀ ਚਾਹੀਦੀ ਹਰ ਕੌਮ ਨੂੰ, ਕਿਉਂਕਿ ਤੁਹਾਡੀ ਕਿਸਮਤ ਦਾ ਫੈਸਲਾ ਕਿਸੇ ਦੇ ਹੱਥ 'ਚ ਹੁੰਦਾ। ਤੁਹਾਡੀ ਇੱਜ਼ਤ ਕਿਸੇ ਦੇ ਹੱਥ 'ਚ ਹੈ ਜਿੰਨਾ ਚਿਰ ਤੁਸੀਂ ਆਪ ਰਾਜੀ ਨਹੀਂ। ਆਪ ਰਾਜੇ ਆਪ ਮਾਲਕ ਬਣਨ ਦਾ ਸੁਪਨਾ ਬੜਾ ਪਵਿੱਤਰ ਸੁਪਨਾ ਹੈ। ਸੋ ਇਹੋ ਹੀ ਖਾਲਿਸਤਾਨ ਹੈ, ਇਹੋ ਹੀ ਖਾਲਸਾ ਰਾਜ ਹੈ, ਇਹੋ ਹੀ ਹਲੀਮੀ ਰਾਜ ਹੈ ਸਿੱਖਾਂ ਦਾ। ਉਹ ਸਮੇਂ ਦੇ ਨਾਲ ਇਹਦੇ ਸ਼ਬਦ ਨਾਂ ਬਦਲ ਸਕਦਾ ਹੈ, ਸਮੇਂ ਦੇ ਨਾਲ ਇਹਦਾ ਮਤਲਬ ਕੋਈ ਢਾਂਚਾ ਬਦਲ ਸਕਦਾ ਹੈ, ਪਰ ਉਹਦੇ ਪਿੱਛੇ ਸਿਧਾਂਤ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਦਾ, ਹਲੀਮੀ ਰਾਜ ਦਾ, ਬੇਗਮਪੁਰੇ ਦਾ ਸਿਧਾਂਤ ਜਿਹੜਾ ਉਹ ਹੀ ਕਾਇਮ ਰਹਿਣਾ। मनोज जी, आउट ऑफ स्टेट सेकंड स्टेट में आप बैठे हैं हरियाणा में, सिख बहु गिनती में नहीं आते वहाँ पे, खालिस्तान आप कैसे देखते हो हरियाणा के हिसाब से? देखिए, हरियाणा के हिसाब से तो हम देखते ही नहीं ना भाई साहब, क्योंकि हरियाणा मैं देखता हूँ यूनाइटेड पंजाब के पर्सपेक्टिव से, क्योंकि हरियाणा के केवल पर्सपेक्टिव से हम लोग देखेंगे तो फिर झगड़े खड़े हो जाएंगे, कभी SYL का, कभी चंडीगढ़ का। यूनाइटेड पंजाब जो था, जिसमें सर छोटू राम जी ने भी जो है मिनिस्ट्री उनकी थी, यूनियनिस्ट पार्टी थी, उससे पहले महाराजा रंजीत सिंह का जो राज था, तो यूनाइटेड पंजाब का राज, उसको चाहे खालिस्तान का राज कह लो, चाहे हलीमी राज कह लो, चाहे बेगमपुरा कह लो, जो है वो घूम फिर के बात आती है। खालिस्तान जो शब्द है ना, वो हमारी होंद से जुड़ा हुआ शब्द है, वो शब्द हमें समझ में आता है। तो इस वजह से, और वो शब्द हमारे ब्लड के अंदर है, चाहे हरियाणा हो, चाहे पंजाब हो, चाहे इवन पाकिस्तान का पंजाब हो, तो खालिस्तान तो हमारी रगों में तोड़ता है। तो हरियाणा की तरफ से भी नहीं, मतलब यूनाइटेड पंजाब को अगर हम देखेंगे तो हम सारे के सारे अंदर खाते जो है ना, ये चाहते हैं कि भाई खालिस्तान जो है वो एक कंट्री हमारा था, और उस कंट्री ने पूरी साउथ एशिया को जो है वो एक मॉडल बना के दिखाया था कि भाई इस तरीके से भी राज किया जा सकता है। टाइम एंड डिसिप्लिन का राज था जो उस समय शो किया गया। हाँ जी। अमृतपाल सिंह जी, भगत सिंह ਨੂੰ ਕਿਵੇਂ ਦੇਖਦੇ ਹੋ ਜੀ? ਨਹੀਂ, ਇਹ ਗੱਲ ਮੈਂ ਪਹਿਲਾਂ ਵੀ ਕਰ ਚੁੱਕਾ ਵੀ ਦੇਖੋ ਸਾਡੇ ਦੇਖਣ ਨਾਲ ਕੋਈ ਫਰਕ ਨਹੀਂ ਪੈਂਦਾ, ਔਰ ਦੂਜੀ ਗੱਲ ਇਹ ਆ ਵੀ ਮੈਂ ਇਸ ਗੱਲ ਦੇ ਹੱਕ 'ਚ ਨਹੀਂ ਵੀ ਭਗਤ ਸਿੰਘ ਨੂੰ ਕੋਈ ਅੱਤਵਾਦੀ ਕਿਹਾ ਜਾਵੇ। ਬਿਲਕੁਲ, ਮੈਂ ਇਸੇ ਕਰਕੇ ਸ਼ਬਦ ਤੁਹਾਡੇ ਸਾਹਮਣੇ ਰੱਖਿਆ। ਮੈਂ ਇਹ ਚਾਹੁੰਦਾ ਵਾਂ ਵੀ ਜਿਹੜਾ ਹਿਸਟਰੀ ਦੇ ਵਿੱਚ ਭਗਤ ਸਿੰਘ ਦਾ ਜਿਹੜਾ ਰੋਲ ਹੈ ਜੀ, ਉਹ ਬੇਸ਼ੱਕ ਕਨਫਿਊਜ਼ਡ ਰੋਲ ਹੈ ਬਹੁਤ ਜੀ, ਔਰ ਉਹਦੀ ਉਮਰ ਦੇ ਹਿਸਾਬ ਨਾਲ, ਔਰ ਇਹੋ ਹੀ ਆਈਡੀਆ ਲੈਫਟ ਦਾ ਜਿਹੜਾ ਆਈਡੀਆ ਸੀ, ਉਦੋਂ ਦੁਨੀਆ ਦੇ ਦੋ ਤਾਕਤਾਂ ਭਿੜ ਰਹੀਆਂ ਸੀ ਆਪਸ ਦੇ ਵਿੱਚ, ਵੱਡੀਆਂ ਦੋ ਤਾਕਤਾਂ ਲੱਗੀਆਂ, ਲੈਫਟ ਤੇ ਰਾਈਟ ਜਿਹੜੀ ਚੱਲ ਰਹੀ ਸੀ ਵਾਰ ਉਹਨਾਂ ਦੀ ਆਪਸ 'ਚ। ਔਰ ਉਹਦੇ 'ਚ ਇੱਥੇ ਜਿਹੜੀ ਕਿਉਂਕਿ ਭਗਤ ਸਿੰਘ ਦਾ ਜ਼ਿਆਦਾ ਜੁੜਾਵ ਉੱਥੇ ਬੰਗਾਲ ਦੇ ਜਿਹੜੇ ਕ੍ਰਾਂਤੀਕਾਰੀ ਸੀ ਉਹਨਾਂ ਦੇ ਨਾਲ ਸੀ, ਔਰ ਉਹਨਾਂ ਦਾ ਸਾਰਾ ਹੀ ਝੁਕਾਅ ਇੱਧਰ ਸੀ ਲੈਫਟ ਵਾਲੇ ਪਾਸੇ। ਸੋ ਇਸੇ ਕਰਕੇ ਉਹ ਜਿਹੜੀ ਭਗਤ ਸਿੰਘ ਜਿਹੜੀ ਜਥੇਬੰਦੀ ਸੀ ਉਹਦੇ 'ਚ ਪੰਜਾਬੀ ਸਿੱਖ ਕੋਈ ਬੰਦਾ ਹੋਰ ਹੈ ਹੀ ਨਹੀਂ ਸੀ, ਇਹ ਇਕੱਲਾ ਹੀ ਸੀ। ਔਰ ਇਹ ਜਿਹੜੀ ਉਹ ਆਈਡੀਓਲੋਜੀ ਹੈ ਨਾ, ਉਹਦੇ 'ਚ ਨਾ ਆਇਡੈਂਟੀਟੀਜ਼ ਨੂੰ ਅਸਿਮੀਲੇਟ ਜਾਂ ਖ਼ਤਮ ਕਰਨ ਦਾ ਬੜਾ ਰਿਵਾਜ ਹੈ। ਜਿਵੇਂ ਫਰਜ਼ ਕਰੋ ਅੱਜ ਵੀ ਉਹ ਕਹਿੰਦੇ ਨੇ ਵੀ ਦੁਨੀਆ ਦੇ ਉੱਤੇ ਇੱਕੋ ਰੂਲ ਹੋ ਜਾਣਾ ਚਾਹੀਦਾ ਹੈ, ਇੱਕੋ ਜਿਹੇ ਲੋਕ ਹੋਣੇ ਚਾਹੀਦੇ ਨੇ, ਇੱਕੋ ਜਿਹੀ ਬੋਲੀ ਹੋ ਜਾਣੀ, ਡਿਵਰਸਿਟੀ ਨੂੰ ਮੰਨਦੇ ਨਹੀਂ ਉਹ। ਇਸੇ ਕਰਕੇ ਭਗਤ ਸਿੰਘ ਨੇ ਇੱਕ ਉਮਰ 'ਚ ਆਣ ਕੇ ਲਿਖ ਦਿੱਤਾ ਵੀ ਜਿਹੜੀ ਹਿੰਦੀ ਬੋਲੀ ਹੈ, ਲਿਪੀ ਹੈ, ਉਹ ਗੁਰਮੁਖੀ ਲਿਪੀ ਤੋਂ ਵਧੀਆ, ਅਤੇ ਦੂਜੀ ਉਹਨੇ ਇਹ ਗੱਲ ਲਿਖ ਦਿੱਤੀ ਵੀ ਆਪਾਂ ਦੂਜੇ ਬਹੁਤ ਲੋਕਾਂ ਤੱਕ ਰੀਚ ਕਰ ਸਕਦੇ ਹਾਂ। ਹੁਣ ਜਿਹੜੀ ਰੀਚ ਵਧਾਉਣ ਵਾਲੀ ਗੱਲ ਹੈ ਤੇ ਡਿਵਰਸਿਟੀ ਨੂੰ ਮਾਰਨ ਵਾਲੀ ਗੱਲ, ਕਿਉਂਕਿ ਫਿਰ ਤੇ ਆਪਾਂ ਇੱਦਾਂ ਕਹਿੰਦੇ ਵੀ ਅੰਗਰੇਜ਼ੀ ਬਹੁਤ ਫੈਲ ਗਈ ਤਾਂ ਮਤਲਬ ਦੁਨੀਆ ਭਾਸ਼ਾਵਾਂ ਖਤਮ ਕਰ ਦਿੱਤੀਆਂ ਜਾਣ, ਪਰ ਜਿਨ੍ਹਾਂ ਨੇ ਅੰਗਰੇਜ਼ੀ ਫੈਲਾਈ ਆ ਯੂਰਪੀਅਨ ਕੰਟਰੀਜ਼ ਦੇ ਵਿੱਚੋਂ ਇਹ ਸਾਰਾ ਕੁਝ ਸ਼ੁਰੂ ਹੈ। ਉਹਨਾਂ ਨੇ ਅੱਜ ਵੀ ਆਪਣੀ ਕੰਟਰੀਜ਼ ਦੇ ਵਿੱਚ, ਬਹੁਤੀਆਂ ਯੂਰਪੀਅਨ ਕੰਟਰੀਆਂ ਦੇ ਵਿੱਚ ਅੰਗਰੇਜ਼ੀ ਜਾਣਦੇ ਨਹੀਂ ਲੋਕ, ਸਪੈਨਿਸ਼ ਲੋਕ ਅੰਗਰੇਜ਼ੀ ਨਹੀਂ ਬੋਲਦੇ ਬਿਲਕੁਲ ਉੱਥੇ, ਹੈ ਕੋਈ ਵਿਰਲੇ ਟਾਵੇਂ ਬੋਲਦੇ ਨੇ, ਔਰ ਉਹਨਾਂ ਨੂੰ ਕਦੀ ਕੋਈ ਬੰਦਾ ਨਹੀਂ ਕਹਿੰਦਾ ਵੀ ਯਾਰ ਇਹਨਾਂ ਦੀ ਰੀਚ ਘਟ ਗਈ ਹੈ। ਜੈਪਨੀਜ਼ ਲੋਕ ਅੰਗਰੇਜ਼ੀ ਨਹੀਂ ਬੋਲਦੇ, ਦੁਨੀਆ 'ਚ ਟੈਕਨੀਕਲੀ ਉਹ ਮਾਹਰ ਬਣ ਗਏ ਸੰਸਾਰ ਦੇ ਵਿੱਚ। ਜਿਹੜੇ ਚਾਈਨੀਜ਼ ਆ ਉਹਨਾਂ ਨੂੰ ਕੋਈ ਅੰਗਰੇਜ਼ੀ ਨਹੀਂ ਆਉਂਦੀ, ਔਰ ਦੁਨੀਆ ਦੀ ਲੋੜ ਬਣ ਗਈ ਚਾਈਨਾ ਦੇ ਨਾਲ ਡੀਲ ਕਰਨ ਦੀ। ਫਿਰ ਵੀ ਇੰਗਲਿਸ਼ ਵਰਲਡ ਵਾਈਡ ਲੈਂਗੁਏਜ ਹੈ, ਉਹ ਲੈਂਗੁਏਜ ਕਮਿਊਨੀਕੇਸ਼ਨ ਲਈ ਬਣ ਗਈ। ਉਹ ਡੋਮੀਨੈਂਸ ਕਿਉਂ ਆਈ? ਕਿਉਂਕਿ ਉਹਨਾਂ ਕੋਲ ਪਾਵਰ ਸੀ, ਔਰ ਪਾਵਰ ਉਹ ਜਿੱਤ ਗਏ। ਲੈਫਟ ਐਂਡ ਰਾਈਟ ਦੀ ਵਾਰ ਦੇ ਵਿੱਚੋਂ ਜਦੋਂ ਜਿੱਤੇ ਤੇ ਉਹਨਾਂ ਦੀ ਲੈਂਗੁਏਜ ਜਿਹੜੀ ਸੀ ਦੁਨੀਆ ਦੇ ਉੱਤੇ ਛਾ ਗਈ, ਟੈਕਨੀਕਲੀ ਹਰ ਚੀਜ਼ ਦੇ ਉੱਤੇ। ਪਰ ਭਗਤ ਸਿੰਘ ਹੁਣਾਂ ਦੀ ਪ੍ਰੋਬਲਮ ਇਹ ਸੀ ਮੌਕੇ ਦੇ ਉੱਤੇ ਵੀ ਉਹ ਇਸ ਲੜਾਈ ਦੇ ਵਿੱਚ ਇਹ ਨਹੀਂ ਸਮਝ ਸਕੇ ਵੀ ਅਸੀਂ ਜਿਹੜਾ ਵਾ ਗੁਰੂ ਦੇ ਸਿਧਾਂਤ ਦੇ ਉੱਤੇ ਕਿਵੇਂ ਲੜਨਾ ਹੈ, ਔਰ ਆਪਣਾ ਹੁਣ ਬੰਦਿਆਂ ਦੀ ਕੀ ਪ੍ਰੋਬਲਮ ਹੈ, ਜੋ ਹੱਥ 'ਚ ਪਾਵਰ ਆਉਂਦੀ ਮਾੜੀ ਚੰਗੀ, ਉਹ ਆਪਣਾ ਰੂਲ ਲਾਗੂ ਕਰਨ ਸ਼ੁਰੂ ਕਰ ਦਿੰਦੇ। ਉਹਨਾਂ ਨੂੰ ਇਹ ਨਹੀਂ ਮਤਲਬ ਹੁੰਦਾ ਵੀ ਦੂਜਾ ਬੰਦਾ ਕੀ ਸੋਚਦਾ ਜਾਂ ਉਹਦੀ ਆਈਡੀਓਲੋਜੀ ਕੀ, ਉਹਨੂੰ ਕਿਵੇਂ ਪ੍ਰੋਟੈਕਟ ਕਰਨਾ ਹੈ। ਸੋ ਸਿੱਖੀ ਦਾ ਜਿਹੜਾ ਸਿਧਾਂਤ ਸੀ, ਉਹ ਤੋਂ ਪਹਿਲਾਂ ਕਰਤਾਰ ਸਿੰਘ ਸਰਾਭਾ ਸੀ, ਗਦਰ ਮੂਵਮੈਂਟ ਚੱਲੀ ਹੈ, ਬੱਬਰ ਅਕਾਲੀ ਲਹਿਰ ਚੱਲੀ ਹੈ, ਕਿਉਂ ਕਿਸੇ ਵੀ ਬੰਦੇ ਨੂੰ ਨਹੀਂ ਉਭਾਰਿਆ ਗਿਆ? ਕਿੰਨੇ ਸਿੱਖ ਆਈਡਲ ਸੀ, ਭਗਤ ਸਿੰਘ ਨੂੰ ਹੀ ਕਿਉਂ ਉਭਾਰਿਆ ਗਿਆ ਸਟੇਟ ਵੱਲੋਂ? ਸਟੇਟ ਸਪੌਂਸਰਡ ਹੀ ਹੋਇਆ ਸਾਰਾ ਕੁਛ ਨਾ, 47 ਤੋਂ ਬਾਅਦ 'ਚ ਜਿਹੜਾ ਭਗਤ ਸਿੰਘ ਦਾ ਉਭਾਰ ਹੋਇਆ ਉਹ ਸਟੇਟ ਵੱਲੋਂ ਸਪੌਂਸਰਡ ਸੀ।
नहीं तो 47 ਤੋਂ ਬਾਅਦ ਗਦਰੀ ਬਾਬੇ ਜੇਲ੍ਹ 'ਚ ਸੀ। ਬਾਬਾ ਸੋਹਣ ਸਿੰਘ ਭਕਨੇ ਨੇ ਜਿੰਨੀ ਜੇਲ੍ਹ ਪਹਿਲਾਂ ਕੱਟੀ ਹੈ 47 ਤੋਂ ਉਨੀ ਕੁ ਬਾਅਦ 'ਚ ਕੱਟੀ ਹੈ, ਔਰ ਉਹ ਸਭ ਤੋਂ ਵੱਡੇ ਗਦਰੀ ਬਾਬੇ ਸੀ ਜੀ। ਸੋ ਉਹਨਾਂ ਨੇ ਤੇ ਕਿਹਾ ਸੀ ਵੀ ਆਜ਼ਾਦੀ ਮਿਲੀ ਨਹੀਂ ਹੈ, ਸਾਡਾ ਲੱਕ ਟੁੱਟ ਗਿਆ। ਹੁਣ ਅੱਜ ਦੇਖੋ ਜੇ ਹਰ ਬੰਦਾ ਨੈਸ਼ਨਲਿਜ਼ਮ ਦੇ ਭਾਵ ਨਾਲ ਭਗਤ ਸਿੰਘ ਨੂੰ ਸੈਲੀਬ੍ਰੇਟ ਕਰ ਰਿਹਾ ਹੈ ਔਰ ਸਿੱਖਾਂ ਨੂੰ ਸਿਮੀਲੇਟ ਕਰ ਰਿਹਾ, ਸਿੱਖਾਂ ਨੂੰ ਇਹ ਸਮਝਣ ਦੀ ਲੋੜ ਹੈ ਵੀ ਅਸੀਂ ਆਪਣੇ ਆਈਡਲ ਉਹ ਨਹੀਂ ਚੁਣਨੇ ਜਿਹੜੇ ਸਾਡੀ ਆਇਡੈਂਟੀਟੀ ਨੂੰ ਖਤਮ ਕਰਕੇ ਸਾਨੂੰ ਨੈਸ਼ਨਲਿਜ਼ਮ ਨਾਲ ਜੋੜਨ। ਅਸੀਂ ਉਹ ਆਈਡਲ ਚੁਣਨੇ ਜਿਹੜੀ ਸਿੱਖਾਂ ਦੀ ਯੂਨੀਕ ਤੇ ਡਿਫਰੈਂਟ ਆਇਡੈਂਟੀਟੀ ਨੂੰ ਪ੍ਰੋਟੈਕਟ ਕਰਨ। ਜੀ ਹਰਿਆਣੇ 'ਚ ਤੁਸੀਂ ਹੁਣੇ ਰੀਸੈਂਟਲੀ ਹੋ ਕੇ ਆਏ ਹੋ, ਘੱਟ ਬਹੁਤ ਸੀ ਸੰਗਤ, ਸ਼ਾਮੀ 6:30-7 ਵਜੇ ਤੱਕ ਵੀ ਉਡੀਕ ਕਰ ਰਹੀ ਸੀ। ਆਪ ਜੀ ਥੋੜਾ ਲੇਟ ਪਹੁੰਚੇ। ਮਨੋਜ ਦੂਹਨ ਜੀ ਵੀ ਹਰਿਆਣੇ ਤੁਹਾਡੇ ਮਿੱਤਰ ਨੇ, ਲੱਗੇ ਹੋਏ ਨੇ। ਹਰਿਆਣੇ ਔਰ ਪੰਜਾਬ ਨੂੰ ਯੂਨਾਈਟਿਡ ਕਿਵੇਂ ਦੇਖਦੇ ਹੋ? ਅਗਰ ਯੂਨਾਈਟਿਡ ਪੰਜਾਬ ਹੋਵੇ ਇਹਨੂੰ ਕਿਵੇਂ ਦੇਖਦੇ ਹੋ? ਦੇਖੋ ਵੈਸਟ ਜਰਮਨੀ ਤੇ ਉਹਦੇ 'ਚ ਜਦੋਂ ਲਕੀਰ ਖਿੱਚੀ ਗਈ ਨਾ, ਵਾਲ ਜਰਮਨ ਦੀ ਹੋ ਗਈ, ਉਹ ਇੱਕ ਸਮੇਂ ਆ ਕੇ ਲੋਕਾਂ ਨੇ ਤੋੜੀ, ਉਹ ਰੈਵੋਲੂਸ਼ਨ ਹੋਇਆ, ਲੋਕਾਂ ਨੇ ਉਹ ਕੰਧ ਹੀ ਤੋੜ ਦਿੱਤੀ, ਜਰਮਨ ਇੱਕ ਹੋ ਗਿਆ। ਹਰਿਆਣੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਉਹੋ ਜਿਹੀ ਵਾਲ ਕੋਈ ਨਹੀਂ। ਬਹੁਤ ਜਦੋਂ ਤੁਸੀਂ ਹਰਿਆਣੇ 'ਚ ਐਂਟਰ ਕੀਤਾ ਸੀ ਕਿੰਨਾ ਚਿਰ ਸਾਨੂੰ ਰਿਅਲਾਈਜ਼ ਨਹੀਂ ਹੋਇਆ ਵੀ ਪੰਜਾਬ ਤੋਂ ਬਾਹਰ ਚਲ ਗਏ ਤੇ ਹਰਿਆਣੇ 'ਚ ਐਂਟਰ ਹੋ ਗਏ। ਕੋਈ ਕਲਚਰਲ ਡਿਫਰੈਂਸ ਨਹੀਂ ਹੈਗਾ। ਸਿੱਖ ਉੱਥੇ ਵੀ ਵਸਦੇ, ਇੱਧਰ ਵੀ ਵਸਦੇ, ਜਿਹੜੇ ਉੱਧਰ ਦੂਜੇ ਨੌਨ ਸਿੱਖ ਵੀ ਬੰਦੇ ਉਹ ਵੀ ਇੱਧਰ ਵੀ ਹੈਗੇ ਆਪਣੇ, ਉਹ ਸਾਰਾ ਸਾਨੂੰ। ਹਾਂ ਉੱਥੇ ਜਿੱਦਾਂ ਵੀ ਫੋਰਸਫੁਲੀ ਹਿੰਦੀ ਲਿਖੀ ਗਈ ਬੋਰਡਾਂ ਦੇ ਉੱਤੇ ਜੀ, ਕਿਉਂਕਿ ਲੈਂਗੁਇਸਟਿਕ ਬੇਸਿਸ ਤੇ ਸਟੇਟਾਂ ਵੰਡੀਆਂ ਗਈਆਂ। ਸੈਕੰਡ ਸਟੇਟ ਲੈਂਗੁਏਜ ਹੈ ਪੰਜਾਬੀ, ਫਸਟ ਹਿੰਦੀ ਹੈ। ਹਾਂ ਉਹ ਥੋੜਾ ਫਰਕ ਥੋੜਾ ਉੱਥੋਂ ਪਤਾ ਲੱਗਦਾ ਹੈ। ਅਦਰਵਾਈਜ਼ ਇਹ ਬਾਰਡਰ ਤੇ ਹੈ ਨਹੀਂ ਕਿਸੇ ਕਿਸਮ ਦਾ। ਸੋ ਇਹ ਆ ਵੀ ਜਿਹੜਾ ਜਿੰਨਾ ਚਿਰ ਦਿੱਲੀ ਇਨਫਲੂਐਂਸ ਰੱਖੂਗੀ ਉਨਾ ਚਿਰ ਤੇ ਡਿਵਾਈਡ ਬਣਿਆ ਰਹੂਗਾ। ਔਰ ਉਹਨਾਂ ਨੇ ਕੁਝ ਪੋਲੀਟੀਕਲ ਮੁੱਦੇ ਖੜੇ ਕੀਤੇ ਨੇ, SYL ਹੋ ਗਿਆ, ਦੂਜੇ ਮੁੱਦੇ ਜਿਨ੍ਹਾਂ ਦੇ ਉੱਤੇ ਦੋਵਾਂ ਰਾਜਾਂ ਦੀ ਜਿਹੜੀ ਲੜਾਈ ਹੈ ਉਹ ਕਰਾਉਂਦੇ ਰਹਿੰਦੇ ਆ। ਤੁਸੀਂ ਕਿਵੇਂ ਦੇਖਦੇ ਹੋ ਫਿਰ ਇਸ ਮੁੱਦਿਆਂ ਨੂੰ? ਅਗਰ ਇਹ ਮੁੱਦੇ ਦੋ ਰਾਜਾਂ ਦੀ ਲੜਾਈ ਕਰਾਉਣ ਦੇ ਲਈ ਨੇ ਤੇ ਤੁਹਾਡੀ SYL ਚੰਡੀਗੜ੍ਹ ਇਹਨਾਂ ਦੇ ਕੀ ਸਟੇਟਮੈਂਟ ਰਹਿੰਦੀ ਹੈ? ਨਹੀਂ, ਅਸੀਂ ਤਾਂ ਕਹਿੰਦੇ ਵੀ ਪੰਜਾਬ ਹਰਿਆਣਾ ਇੱਕੋ ਜਿਹੇ ਤੇ ਚੰਡੀਗੜ੍ਹ ਸਾਰਿਆਂ ਦੀ ਰਾਜਧਾਨੀ ਬਣ ਜਾਣੀ ਹੈ ਤੇ SYL ਦਾ ਪਾਣੀ ਸਾਰਿਆਂ ਦੇ ਪਾਣੀ ਬਣ ਜਾਣਾ ਜੇ ਦੋਨੋਂ ਸਟੇਟ ਯੂਨਾਈਟ ਹੋ ਜਾਣ। ਯੂਨਾਈਟਡ ਹੋ ਕੇ ਅਗਰ ਨਹੀਂ ਹੁੰਦੀਆਂ ਤੇ ਨਹੀਂ, ਯੂਨਾਈਟ ਹੋਣਾ ਹੀ ਪੈਣਾ ਹੈ ਨਾ, ਨਹੀਂ ਹੋ ਕੇ ਕਿੱਦਾਂ ਗੁਜ਼ਾਰਾ ਹੋਊਗਾ? ਤੱਕ ਤਾਂ ਯੂਨਾਈਟ ਨਹੀਂ ਹੈਗੀਆਂ। ਮੈਂ ਉਹੀ ਕਹਿ ਰਿਹਾ ਵੀ ਸਾਡਾ ਨਹੀਂ ਹੋਣਾ ਜਿਹੜਾ, ਇਹ ਅਸੀਂ ਗੱਲ ਹੀ ਨਹੀਂ ਕਰਨੀ। ਅਸੀਂ ਗੱਲ ਕਰਨੀ ਹੈ ਵੀ ਸਾਡਾ ਗੁਜ਼ਾਰਾ ਨਹੀਂ। ਦੇਖੋ ਜੇ ਪਾਣੀ ਗੰਗਾ ਦਾ ਹਰਿਆਣੇ 'ਚ ਆਉਂਦਾ ਤਾਂ ਪੰਜਾਬ ਨੂੰ ਵੀ ਚਾਹੀਦਾ ਤੇ ਜੇ ਸਟੇਟ ਸਾਡੀ ਇੱਕ ਹੁੰਦੀ ਹੈ, ਜੇ ਅਸੀਂ ਪੰਜਾਬ ਸਿਰਜਦੇ ਹਾਂ ਦੁਬਾਰਾ, ਉਹਦੇ ਨਾਲ ਸਾਡਾ ਬੈਨੀਫਿਟ ਕੀ ਹੈ ਵੀ ਜਿਹੜੀ ਹਰਿਆਣੇ ਦੀ ਇੰਡਸਟਰੀ ਹੈ ਉਹਦਾ ਬੈਨੀਫਿਟ ਪੰਜਾਬ ਨੂੰ ਮਿਲੇਗਾ। ਪੰਜਾਬ ਦਾ ਜਿਹੜਾ ਰਿਸੋਰਸਸ ਹੈ, ਨੈਚੁਰਲ ਰਿਸੋਰਸ, ਉਹਦਾ ਹਰਿਆਣਾ, ਕਿਉਂਕਿ ਸਾਨੂੰ ਹੁਣ ਇਹ ਤਾਂ ਪਤਾ ਨਾ ਵੀ ਆਪਣੀ ਸਟੇਟ ਹੈ ਤੇ ਆਪਣਾ ਫਾਇਦਾ ਨੁਕਸਾਨ ਤਾਂ ਵੇਖਣਾ ਪੈਣਾ ਹੈ। ਹੁਣ ਕੀ ਹੋ ਰਿਹਾ ਹੈ ਵੀ ਦਿੱਲੀ ਦੋਨਾਂ ਨੂੰ ਲੁੱਟ ਰਹੀ ਹੈ ਵੱਖਰੇ ਵੱਖਰੇ ਕਰਕੇ। ਮੈਂ ਪਹਿਲਾਂ ਸਾਨੂੰ ਵੀ ਐਂ ਲੱਗਦਾ ਹੁੰਦਾ ਸੀ ਵੀ ਹਰਿਆਣੇ ਦੇ ਬਹੁਤ ਉਹਨੂੰ ਬੈਨੀਫਿਟ ਮਿਲ ਰਿਹਾ ਹਰਿਆਣੇ ਨੂੰ, NCR ਨੇੜੇ ਹੈ ਸ਼ਾਇਦ ਇਸ ਲਈ ਹਰਿਆਣੇ ਨੂੰ, ਪਰ ਉਹ ਵੀ ਉਹਨਾਂ ਨੇ ਕਰਕੇ NCR ਇਲਾਕਿਆਂ ਨਾਲ ਕੇ ਦੇਖੋ ਜੀ ਹੌਲੀ ਹੌਲੀ ਉਹਨਾਂ ਨੇ ਹਰਿਆਣੇ ਦੇ ਕੋਲ ਜਿਹੜਾ ਉੱਥੇ IT ਹੱਬ ਬਣੀਆਂ ਨੇ ਜੀ, ਉਹਨਾਂ ਦੀ ਉੱਥੇ ਉਹਨਾਂ ਨੇ ਬੰਦੇ ਹੀ ਉਹ ਲਿਆ ਕੇ ਵਸਾ ਦੇਣੇ ਤੇ ਹਰਿਆਣੇ ਦੇ ਲੋਕਾਂ ਦੀ ਐਂਟਰੀ ਬੰਦ ਕਰ ਦੇਣੀ। ਜਿਵੇਂ ਇਹਨਾਂ ਨੇ ਮੋਹਾਲੀ 'ਚ ਕੀਤਾ, ਚੰਡੀਗੜ੍ਹ ਦੇ ਲਾਗੇ ਸਾਰੇ ਬੰਦੇ ਹਿਮਾਚਲ ਦੇ ਲਿਆ ਕੇ ਵਸਾ ਦਿੱਤੇ, ਪੰਜਾਬੀਆਂ ਦੀ ਉੱਥੇ ਐਂਟਰੀ ਕੋਈ ਨਹੀਂ। ਉੱਥੇ ਇੱਕ ਪਿੱਛੇ ਜੇ ਬੋਰਡ ਲੱਗਾ ਮੋਹਾਲੀ ਦੇ ਵਿੱਚ ਕਲੋਨੀ ਬਣੀ ਵੀ ਇੱਥੇ ਸਿਰਫ ਹਿਮਾਚਲੀ ਬੰਦੇ ਘਰ ਲੈ ਸਕਦੇ ਨੇ, ਪੰਜਾਬੀ ਅਲਾਉਡ ਨਹੀਂ ਹੈਗੇ। ਪੰਜਾਬ 'ਚ ਬੋਰਡ ਲੱਗਾ ਹੈ। ਸੋ ਇਹੋ ਹੀ ਕੰਮ ਉੱਥੇ NCR 'ਚ ਹੋਣਾ। ਜਿਹਨੇ ਦਿੱਲੀ ਦੇਖੋ ਜਿਹੜੀ ਸਿਟੀ ਹੈ ਨਾ, ਸ਼ਹਿਰ ਕੀ ਕਰਦਾ ਹੈ, ਸ਼ਹਿਰ ਆਪਣੇ ਲਾਗੇ ਕਬਜ਼ਾ ਕਰਦਾ ਜਾਂਦਾ ਹੌਲੀ ਹੌਲੀ, ਤੇ ਜਿਨ੍ਹਾਂ ਦੀ ਪਿੰਡਾਂ ਦੇ ਉੱਜੜ ਕੇ ਸ਼ਹਿਰ ਬਣਦਾ ਉਹਨਾਂ ਨੂੰ ਉੱਥੇ ਹੁਣ ਚੰਡੀਗੜ੍ਹ ਬਣਿਆ ਪੰਜਾਬ ਦੇ ਪਿੰਡ ਉਜਾੜ ਕੇ, ਤੇ ਉੱਥੇ ਪੰਜਾਬੀਆਂ ਨੂੰ ਇਜਾਜ਼ਤ ਨਹੀਂ ਹੈਗੀ ਵੜਨ ਦੀ। ਸੋ ਆਪਾਂ ਨੂੰ ਇਹ ਸਮਝਣਾ ਪੈਣਾ ਹੈ ਵੀ ਜੇ ਤੇ ਆਪਣਾ ਕੋਈ ਰੌਲਾ ਹੋਵੇ ਬਹੁਤ ਵੱਡਾ ਧਾਰਮਿਕ, ਫਿਰ ਤੇ ਮੰਨੀਏ। ਰੌਲਾ ਕਾਹਦਾ ਹੈ? ਰਿਸੋਰਸਸ ਦਾ, ਤੇ ਰਿਸੋਰਸਸ ਤੇ ਉਦਣ ਇੱਕ ਹੋ ਜਾਣੇ ਜਿੱਦਣ ਲੋਕ ਇੱਕ ਹੋ ਗਏ, ਜਿੱਦਣ ਲਕੀਰ ਮਿਟ ਗਈ ਫਿਰ ਰਿਸੋਰਸਸ ਇੱਕ ਹੀ ਆ। ਫਿਰ ਇਹ ਆ ਵੀ ਆਪਾਂ ਖੇਤੀਬਾੜੀ 'ਚ ਡਿਵਰਸਿਟੀ ਲੈ ਕੇ ਆ ਸਕਦੇ ਹਾਂ। ਸਟੇਟ ਨੇ ਆਹ ਚੀਜ਼ ਇੰਨੀ ਉਗਾਉਣੀ ਹੈ, ਉਹ ਤੇ ਤੈਅ ਹੋ ਸਕਦਾ ਵੀ ਇੱਥੇ ਆ ਗਾ ਸਕਦੇ, ਇੱਥੇ ਨਹੀਂ ਬੀਜ ਸਕਦੇ, ਪਰ ਉਹਦੇ ਲਈ ਇੱਕ ਹੋਣਾ ਪੈਣਾ ਹੈ। ਔਰ ਕਿਸਾਨੀ ਮੋਰਚੇ ਤੋਂ ਬਾਅਦ 'ਚ ਇਹ ਬਹੁਤ ਆਸ ਬੱਝੀ ਹੈ ਵੀ ਲੋਕ ਜਿਹੜੇ ਨੇ ਇਹਨਾਂ ਦੀ ਪੋਲੀਟਿਕਸ ਦੇ ਵਿੱਚ ਨਹੀਂ ਆਉਣਗੇ। ਹੁਣ ਜਿਵੇਂ ਮੈਂ ਸੁਣਿਆ ਵੀ ਖੱਟਰ ਸਾਹਿਬ ਨੇ ਬਿਆਨ ਦਿੱਤਾ ਵੀ ਗੰਗਾ ਲੈ ਕੇ ਆਉਣੀ ਇੱਧਰ ਨੂੰ, ਗੰਗਾ ਦਾ ਪਾਣੀ, ਵਧੀਆ ਬਿਆਨ ਹੈ। ਮੈਂ ਕਹਿੰਦਾ ਭਗਵੰਤ ਮਾਨ ਉਹਨਾਂ ਨੂੰ ਵੀ ਇਹ ਦੇਣਾ ਚਾਹੀਦਾ ਵੀ ਸਾਨੂੰ ਵੀ ਉਹਦਾ ਦੋ। ਮਗਰ ਅਗਰ ਖੱਟਰ ਸਾਹਿਬ ਗੰਗਾ ਦਾ ਪਾਣੀ UP ਤੋਂ ਵੀ ਕਿਸੇ ਵੀ ਰੀਜ਼ਨ ਦੇ ਰਾਹੀਂ ਹਰਿਆਣੇ ਲੈ ਆਉਂਦੇ ਨੇ ਤੇ ਉਹ ਕਹਿਣਗੇ ਪੰਜਾਬ ਕੋਲ ਤਾਂ ਆਲਰੇਡੀ 5 ਦਰਿਆ ਨੇ, ਤੁਸੀਂ ਪਾਣੀ ਕੀ ਕਰਨਾ ਸਾਡਾ? ਮੈਂ ਕਹਿੰਦਾ ਸਾਡਾ SYL ਦਾ ਮਸਲਾ ਤਾਂ ਖਤਮ ਹੋ ਜੂ ਨਾ, ਉਧਰੋਂ ਪਾਣੀ ਆ ਜਾਊਗਾ ਹਰਿਆਣੇ ਦੇ ਵਿੱਚ ਤੇ ਸਾਡਾ SYL ਦਾ ਮਸਲਾ ਖਤਮ ਹੋ ਜੂ। ਫਿਰ ਹਰਿਆਣੇ ਦੇ ਲੋਕਾਂ ਨੂੰ ਇਹ ਤੇ ਪ੍ਰਵੋਕ ਨਹੀਂ ਨਾ ਕੀਤਾ ਜਾ ਸਕਦਾ ਵੀ ਤੁਸੀਂ ਹੁਣ SYL ਦਾ ਪਾਣੀ ਮੰਗੋ, ਕਿਉਂਕਿ ਉਹਨਾਂ ਨੂੰ ਇਹ ਰਿਅਲਾਈਜੇਸ਼ਨ ਹੋ ਗਈ ਇੱਥੇ ਆਣ ਕੇ। ਮੈਂ ਕਹਿੰਦਾ ਲੋਕ ਵੇਖਣ ਕਿ ਪੰਜਾਬ ਕੋਲ ਕਿੰਨਾ ਕੁ ਪਾਣੀ ਹੈ। ਪੰਜਾਬ ਦਾ ਆਪਣਾ ਗਰਾਊਂਡ ਵਾਟਰ ਜਿਹੜਾ ਵਾ ਉਹ 500-600 ਫੁੱਟ ਤੇ ਜਾ ਖੜਾ ਹੈ, ਔਰ ਇਹ ਤੋਂ ਥੱਲੇ ਕੀ ਆ, ਮੁੱਕਣਾ ਹੀ ਹੈ ਇੱਕ ਦਿਨ ਅਕਸਰ ਇਹਨੇ। ਸਾਡੇ ਕੋਲ ਫਸਲਾਂ ਤੇ MSP ਹਰਿਆਣੇ ਪੰਜਾਬ ਦੇ ਸਪੈਸ਼ਲੀ ਝੋਨੇ ਤੇ MSP ਮਿਲਦੀ ਹੈ, ਝੋਨੇ ਕਣਕ ਦੇ ਉੱਤੇ। ਹੁਣ ਝੋਨਾ ਤੁਸੀਂ ਦੱਸੋ ਹਰਿਆਣੇ ਦੇ ਕਿੰਨੇ ਕੁ ਲੋਕ ਚੌਲ ਖਾਂਦੇ ਨੇ? ਸਾਡੇ ਲੋਕਾਂ ਦੀ ਖੁਰਾਕ ਨਹੀਂ ਚੌਲ, ਸਾਨੂੰ ਤੇ ਵਾਈ ਹੋ ਜਾਂਦੀ ਚੌਲ ਖਾ ਕੇ।
ਪਰ ਉਹ ਇੱਥੇ ਇਹਨਾਂ ਦੋਵਾਂ ਇਲਾਕਿਆਂ ਨੂੰ ਵਰਤਿਆ ਗਿਆ ਹੈ। ਇੱਥੇ ਹਾਰਵੈਸਟਿੰਗ ਕਰਕੇ ਦੁਨੀਆ ਭਰ 'ਚ ਅਨਾਜ ਭੇਜਿਆ ਜਾਂਦਾ ਹੈ ਔਰ ਸਾਡੇ ਲੋਕਾਂ ਦਾ ਇਹ ਅਨਾਜ ਨਹੀਂ ਹੈਗਾ। ਸੋ ਇਹਦੇ ਨਾਲ ਸਾਡੀ ਜ਼ਮੀਨ ਜਿਹੜੀ ਆ ਉਹ ਖਤਮ ਹੋ ਰਹੀ ਹੌਲੀ ਹੌਲੀ। ਸਾਨੂੰ ਇਹਦਾ ਵੀ ਸੋਲਿਊਸ਼ਨ ਲੱਭਣਾ ਪੈਣਾ। ਅਦਰਵਾਈਜ਼ ਕੀ ਹੈ ਨਾ ਵੀ ਆਪਾਂ ਆਪਸ 'ਚ ਉਹ ਚਾਹੁੰਦੇ ਨੇ ਵੀ ਤੁਸੀਂ ਆਪਸ 'ਚ ਸਿੰਘ ਫਸਾ ਛੱਡੋ ਅਤੇ ਜਿੰਨਾ ਚਿਰ ਫਸਾਈ ਛੱਡੋਗੇ ਦਿੱਲੀ ਸੌਖੀ ਰਹੂਗੀ। ਅਤੇ ਦੋ ਜਦੋਂ ਜਿਹੜੀਆਂ ਮਾਰਸ਼ਲ ਕੌਮਾਂ ਆਪਸ 'ਚ ਭਿੜਦੀਆਂ ਹੋਣ ਅਤੇ ਤੀਜੇ ਮਤਲਬ ਦੋ ਸ਼ੇਰ ਆਪਸ 'ਚ ਲੜਨ, ਕੁੱਤੇ ਰਾਜ ਕਰਦੇ ਨੇ ਜੰਗਲ ਦੇ ਉੱਤੇ। ਇਹ ਸਮਝ ਲਓ ਵੀ ਦਿੱਲੀ ਕੁੱਤਿਆਂ ਦੀ ਨਿਆਈ ਹੈ, ਉਹ ਰਾਜ ਕਰ ਰਹੀ ਹੈ। ਸਪੋਜ਼ ਕਰੋ ਪੰਜਾਬ ਮਿਲ ਜਾਂਦਾ ਹੈ, ਖਾਲਿਸਤਾਨ ਮਿਲ ਜਾਂਦਾ, ਸੁਪਰ ਸਟੇਟ ਜਾਂ ਸੁਪਰ ਕੰਟਰੀ ਤੁਸੀਂ ਫਾਰਮ ਕਰ ਲੈਂਦੇ ਹੋ। ਇੱਕ ਸਾਈਡ ਇੰਡੀਆ ਹੋਏਗਾ, ਇੱਕ ਸਾਈਡ ਪਾਕਿਸਤਾਨ ਹੋਏਗਾ। ਐਗਰੀ ਕਰਦੇ ਹੋ ਇਸ ਚੀਜ਼ ਨੂੰ? ਇੱਕ ਸਾਈਡ ਇੰਡੀਆ ਸਟੇਟ ਇਹ ਹੋਏਗਾ, ਇੱਕ ਸਾਈਡ ਪਾਕਿਸਤਾਨ ਹੋਏਗਾ। ਦੋਨਾਂ ਦੇ ਵਿੱਚ ਦੋਨੋਂ ਦੇਸ਼ ਤਕਰੀਬਨ ਪਿਛਲੇ 50 ਸਾਲ ਤੋਂ ਆਪਣੇ ਪੂਰੇ ਬਜਟ ਦਾ 50% ਆਪਣੀ ਪ੍ਰੋਟੈਕਸ਼ਨ ਤੇ ਆਰਮਸ ਖਰੀਦਣ ਤੇ ਸਪੈਂਡ ਕਰ ਰਹੇ ਨੇ। ਕੀ ਅਸੀਂ ਵੀ ਕਰਾਂਗੇ ਸਟੇਟ ਦੀ ਸਿਕਿਉਰਿਟੀ ਦੇ ਲਈ? ਦੇਖੋ, ਦੋ ਚੀਜ਼ਾਂ ਹੈ। ਪਹਿਲਾਂ ਤਾਂ ਇਹ ਸਮਝਣਾ ਪੈਂਦਾ ਹੁੰਦਾ ਵਾ ਵੀ ਆਪਾਂ ਇੱਕ ਬਹੁਤ ਵੱਡੀ ਲੜਾਈ ਖਤਮ ਕਰ ਦਿਆਂਗੇ ਜੀ। ਉਹ ਕੀ ਆ ਵੀ ਜਿਹੜਾ ਕਨਫਲਿਕਟ ਹੈ ਕਰਾਚੀ ਦਾ ਤੇ ਆਪਣਾ ਦਿੱਲੀ ਦਾ ਜੀ, ਉਹ ਪੰਜਾਬ ਦਾ ਕਨਫਲਿਕਟ ਨਹੀਂ ਹੈਗਾ ਜੀ, ਪਰ ਪੰਜਾਬੀ ਨੂੰ ਵਿੱਚ ਵਰਤਿਆ ਜਾਂਦਾ ਜੀ। ਇੱਕ ਤੇ ਉਹ ਲੜਾਈ ਖਤਮ ਹੋ ਜੂ। ਪੰਜਾਬ ਦੋਨਾਂ ਮੁਲਕਾਂ ਨੂੰ ਹੋ ਸਕਦਾ ਵੀ ਸਟੇਬਲ ਕਰ ਦੇਵੇ। ਜਿਹੜਾ ਆਜ਼ਾਦ ਖਾਲਿਸਤਾਨ ਰਾਜ ਹੈ ਇਹ ਹਿੰਦੁਸਤਾਨ ਨੂੰ ਤੇ ਪਾਕਿਸਤਾਨ ਨੂੰ ਸਟੇਬਲ ਕਰ ਦੂਗਾ। ਹੁਣ ਡੀਸਟੇਬਲ ਨੇ ਦੋਨੇ, ਇਕਨੋਮਿਕਲੀ ਬੇੜਾ ਗਰਕ ਹੋਇਆ ਪਿਆ ਦੋਨਾਂ ਮੁਲਕਾਂ ਦਾ ਹੀ। ਦੋਨਾਂ ਮੁਲਕਾਂ ਦੇ ਵਿੱਚ ਵੱਖ-ਵੱਖ ਕ੍ਰਾਈਸਿਸ ਚੱਲ ਰਹੇ ਨੇ, ਰਿਲੀਜੀਅਸ ਦੂਜੇ ਤੀਜੇ, ਹੈ ਨਾ। ਆਜ਼ਾਦੀ ਦੀਆਂ ਲੜਾਈਆਂ ਚੱਲ ਰਹੀਆਂ ਨੇ। ਸੋ ਇਹ ਹੋਣਾ ਕੀ ਚਾਹੀਦਾ ਵਾ ਵੀ ਜਦੋਂ ਇੱਥੇ ਰਾਜ ਆਊਗਾ ਆਪਾਂ ਨੂੰ ਡਿਫੈਂਸ ਤੇ ਲਾਜ਼ਮ ਜੀ ਗੱਲ ਹੈ ਵੀ ਆਪਣਾ ਵੀ ਇੱਕ ਹੋਊਗਾ ਬਜਟ। ਸਾਡੀਆਂ ਹੁਣ ਰੈਜੀਮੈਂਟਾਂ ਨੇ, ਸਿੱਖ ਰੈਜੀਮੈਂਟ ਪਹਿਲਾਂ ਦੀ ਬਣੀ ਹੈ ਨਾ 47 ਤੋਂ। ਇਹ ਤਾਂ ਨਹੀਂ ਹੈਗਾ ਸਿੱਖ ਰੈਜੀਮੈਂਟ ਗੋਰਿਆਂ ਦੇ ਸਮੇਂ ਤੋਂ ਬਣੀ ਹੋਈ ਹੈ ਸਿੱਖ ਰੈਜੀਮੈਂਟ ਹੈ। ਜਾਟ ਰੈਜੀਮੈਂਟ ਪਹਿਲਾਂ ਦੀ ਬਣੀ ਹੋਈ ਹੈ। ਹੁਣ ਉਹ ਇਹਨਾਂ 'ਚ ਆ ਗਈਆਂ ਅਤੇ ਜਦੋਂ ਸਾਡਾ ਰਾਜ ਹੋਊਗਾ ਸਾਡੇ 'ਚ ਆ ਜਾਣਗੇ। ਮਤਲਬ ਡਿਫੈਂਸ ਦਾ ਅਸੀਂ ਇਹ ਤਾਂ ਨਹੀਂ ਨਾ ਬਿਨਾਂ ਰਿਸੋਰਸਿਸ ਤੋਂ ਆਜ਼ਾਦੀ ਲੈ ਲੈਣੀ। ਸਾਨੂੰ ਰਿਸੋਰਸਿਸ ਦਾ ਵੀ ਸ਼ੇਅਰ ਮਿਲੂਗਾ ਨਾ ਵਿੱਚ ਉਹਦੇ। ਮੈਂ ਬਿਲਕੁਲ ਐਗਰੀ ਮਿਲੇਗਾ। ਜਿਹੜਾ ਡਿਫੈਂਸ ਸਿਸਟਮ ਅਸੀਂ ਬਣਾਵਾਂਗੇ ਸਪੋਜ਼ ਉਹਦੇ ਲਈ ਅਸੀਂ ਵੀ ਆਪਣਾ 50% ਬਜਟ ਦਾ ਬਾਹਰੋਂ ਖਰੀਦਾਂਗੇ ਸਮਾਨ? ਨਹੀਂ, ਅਸੀਂ ਇਹ ਨਹੀਂ ਕਰਦੇ ਵੀ 50% ਖਰੀਦੋ। ਇਹ ਦੇਖੋ ਬਹੁਤ ਸਵਾਲ ਐਸਾ ਹੈ ਜਿਹੜਾ ਹਾਈਪੋਥੈਟਿਕਲ ਸਵਾਲ ਹੈ। ਡਿਫੈਂਸ ਲਈ ਅਸੀਂ ਸਮਾਨ ਕਿੱਥੋਂ ਖਰੀਦਾਂਗੇ ਕਿਉਂਕਿ ਨਾ ਅੱਜ ਤੱਕ ਇੰਡੀਆ ਕੋਲੇ ਬਣਿਆ ਨਾ ਪਾਕਿਸਤਾਨ ਕੋਲੇ ਬਣਿਆ। ਨਹੀਂ, ਦੇਖੋ ਮੈਂ ਇੱਕ ਗੱਲ ਕਰਦਾ, ਸਾਡੇ ਕਹਾਵਤ ਆ ਵੀ ਲੋੜ ਕਾਰਡ ਦੀ ਮਾਂ ਹੈ। ਇੰਡੀਆ ਤੇ ਪਾਕਿਸਤਾਨ ਦੇ ਕੋਲੋਂ ਕੁਝ ਨਹੀਂ ਬਣਿਆ, ਉਹ ਵੱਖਰੀ ਗੱਲ ਹੈ। ਸਾਡੇ ਲੋਕ ਬਹੁਤ ਸਿਆਣੇ ਨੇ ਔਰ ਇਹ ਲੋਕ ਖੋਜੀ ਨੇ ਬਹੁਤ ਜ਼ਿਆਦਾ। ਅਸੀਂ ਇਹੋ ਜਿਹੀਆਂ ਮੁਸ਼ਕਿਲਾਂ ਦੇ ਹੱਲ ਕੱਢੇ ਨੇ ਜਿਹੜੇ ਦੁਨੀਆ ਕੋਲ ਨਹੀਂ ਨਿਕਲੇ ਹੈ ਔਰ ਅਸੀਂ ਆਪਣਾ ਸਾਰਾ ਕੰਮ ਕਰਨਾ ਜਾਣਦੇ ਹਾਂ। ਪਰ ਇਹਨਾਂ ਸਵਾਲਾਂ ਦੇ ਜਵਾਬ ਭਵਿੱਖ 'ਚ ਪਏ ਹੁੰਦੇ ਵੀ ਤੁਸੀਂ ਕੀ ਕਰਨਾ। ਮੈਂ ਇਹ ਗੱਲ ਕਹਿੰਦਾ ਵੀ ਅਸੀਂ ਕਿਵੇਂ ਦਾ ਵੀ ਰਾਜ ਚਲਾਈਏ, ਕਿਵੇਂ ਦਾ ਵੀ ਚਲਾਈਏ, ਮਾੜਾ ਚਲਾਈਏ ਚੰਗਾ ਚਲਾਈਏ, ਕਿਸੇ ਦਾ ਕੰਸਰਨ ਨਹੀਂ ਹੋਣਾ ਚਾਹੀਦਾ। ਅਸੀਂ ਆਪਣਾ ਰਾਜ ਚਲਾਉਣਾ। ਹੁਣ ਆਪਣੇ ਰਾਜ ਦੇ ਵਿੱਚ ਅਸੀਂ ਤੰਗੀ ਕੱਟੀਏ ਜਾਂ ਅਸੀਂ ਖੁਸ਼ ਰਹੀਏ, ਰਾਜ ਤਾਂ ਸਾਡਾ ਹੋ। ਘੱਟੋ ਘੱਟ ਸਾਡੀ ਆਇਡੈਂਟੀਟੀ ਦੇ ਖਤਰੇ 'ਚ ਨਹੀਂ ਨਾ ਹੈਗੀ। ਹੁਣ ਅੱਜ ਭਾਵੇਂ ਦੇਖੋ ਪਾਕਿਸਤਾਨ ਇਕਨੋਮਿਕਲੀ ਮਾੜਾ ਮੁਲਕ ਹੈ ਪਰ ਪਾਕਿਸਤਾਨ ਦੇ ਵਿੱਚ ਇਸਲਾਮ ਖਤਰੇ 'ਚ ਨਹੀਂ ਨਾ ਪੈ ਗਿਆ। ਉਹ ਤਾਂ ਬਚਾ ਹੀ ਉਹਨਾਂ ਦਾ। ਹਿੰਦੁਸਤਾਨ 'ਚ ਮੁਸਲਮਾਨ ਸੌਖਾ ਹੈ? ਨਹੀਂ ਸੌਖਾ ਹੈਗਾ। ਇੱਦਾਂ ਹੀ ਹਿੰਦੁਸਤਾਨ 'ਚ ਹਿੰਦੂ ਸੌਖਾ ਹੈ, ਸਿੱਖ ਔਖਾ ਹੈ। ਸੋ ਇੱਦਾਂ ਹੀ ਤੁਸੀਂ ਘੱਟੋ ਘੱਟ ਇਸ ਗੱਲ 'ਤੇ ਸਮਝੌਤਾ ਕਰ ਲੈਣਾ ਚਾਹੀਦਾ ਹੈ ਵੀ ਭਾਈ ਸਾਡੇ ਗੁਰੂ ਦੀ ਬੇਅਦਬੀ ਨਾ ਹੋਵੇ, ਸਾਨੂੰ ਇਸੇ ਕਰਕੇ ਰਾਜ ਚਾਹੀਦਾ। ਇਹ ਤੋਂ ਵੱਡਾ ਹੋਰ ਕੋਈ ਕੀ ਹੋ ਸਕਦਾ ਸਾਡੇ ਕੋਲ? SGPC 'ਚ ਅਕਾਲੀ ਦਲ 'ਚ ਡਿਸਟਰਬੈਂਸ ਹੋਣੇ ਕਰਕੇ ਵੈਕਿਊਮ ਕ੍ਰੀਏਟ ਹੋ ਗਿਆ। ਕਿਆ ਅੰਮ੍ਰਿਤਪਾਲ ਜੀ ਉਸ ਵੈਕਿਊਮ ਨੂੰ ਪੂਰਾ ਕਰਨਗੇ ਸਪੇਸ ਨੂੰ? ਅਸੀਂ ਦੇਖੋ ਪਰਸਨਲੀ ਤੌਰ ਤੇ ਇਲੈਕਟੋਰਲ ਪੋਲਿਟਿਕਸ 'ਚ ਨਹੀਂ ਜਾਣਾ, ਚਾਹੇ ਉਹ ਕਿਸੇ ਵੀ ਕਿਸਮ ਦੀ। ਸਪੋਰਟ ਕਰੋਗੇ? ਹਾਂ, ਜਿਹੜਾ ਬੰਦਾ ਵੀ ਪੰਜਾਬ ਦੀ ਮੁੱਦਿਆਂ ਦੀ ਗੱਲ ਕਰਦਾ, ਪੰਜਾਬ ਦੀ ਆਜ਼ਾਦੀ ਦੀ ਗੱਲ ਕਰਦਾ, ਸਿੱਖਾਂ ਦੀ ਚੜ੍ਹਦੀ ਕਲਾ ਦੀ ਗੱਲ ਕਰਦਾ, ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਰਵਾਇਤੀ ਪ੍ਰਬੰਧ ਬਣਾਉਣ ਦੀ ਗੱਲ ਕਰਦਾ, ਰਵਾਇਤਾਂ ਲਾਗੂ ਕਰਨ, ਉਹਦੀ ਅਸੀਂ ਹਮਾਇਤ ਕਰਾਂਗੇ ਡਿਸਪਾਈਟ ਉਹ ਕਿਸੇ ਵੀ ਪਾਰਟੀ ਦਾ ਹੋਵੇ। ਉਸ ਬੰਦੇ ਦੀ ਹਮਾਇਤ ਕਰਾਂਗੇ ਔਰ ਫਿਰ ਉਹ 'ਤੇ ਪਹਿਰਾ ਵੀ ਦੇਵਾਂਗੇ ਵੀ ਜੇ ਕੱਲ੍ਹ ਨੂੰ ਉਹ ਮੁੱਕਰਦਾ ਤੇ ਫਿਰ ਉਹਦਾ ਵੀ ਵਿਰੋਧ ਹੋਊਗਾ। ਅਗਰ ਤੁਸੀਂ ਇਲੈਕਟੋਰਲ ਪੋਲ 'ਚ ਨਹੀਂ ਜਾਂਦੇ ਹੋ ਫਿਰ ਉਹੀ ਦੁਬਾਰਾ ਆ ਕੇ SGPC 'ਤੇ ਬੈਠ ਜਾਣਗੇ, ਫਿਰ ਉਹੀ ਸੰਗਤ ਦੀ ਪ੍ਰੋਬਲਮ ਨਹੀਂ। ਤੁਹਾਡੇ ਸਾਥ ਦੋ ਉਮੀਦ ਕਰ ਰਹੀ ਹੈ ਅਸੀਂ ਇਹ ਕਹਿੰਦੇ ਹਾਂ ਵੀ ਸਾਥ ਜ਼ਰੂਰ ਦੇਵਾਂਗੇ। ਹੁਣ ਪਰਸਨਲੀ ਪਤਾ ਕੀ ਹੁੰਦਾ, ਕਈ ਵਾਰ ਸਿਸਟਮ ਇੰਨਾ ਕਰਪਟ ਹੋ ਜਾਂਦਾ ਵੀ ਤੁਸੀਂ ਐਕਸਟਰਨਲੀ ਉਹਨੂੰ ਠੀਕ ਕਰ ਸਕਦੇ, ਇੰਟਰਨਲੀ ਵਿੱਚ ਜਾ ਕੇ ਨਹੀਂ ਕਰ ਸਕਦੇ। ਉਹ ਆਪਣੇ ਉੱਤੇ ਹੀ ਜ਼ਿਆਦਾ ਹੈਵੀ ਹੋ ਜਾਂਦਾ ਕਿਉਂਕਿ ਤੁਸੀਂ ਫਿਰ ਕੁੰਡਾ ਕਿਵੇਂ ਰੱਖੋਗੇ ਜੇ ਤੁਸੀਂ ਆਪ ਵੜ ਗਏ। ਹੁਣ ਮੈਂ ਇਲੈਕਟੋਰਲ ਪੋਲਿਟਿਕਸ ਚਲਾ ਜਾ, ਮੇਰਾ ਕੋਈ ਸਾਥੀ ਕਰਪਸ਼ਨ ਕਰਦਾ ਹੋਵੇ ਤੇ ਮੈਂ ਉਹਨੂੰ ਅੰਦਰੋਂ ਅੰਦਰ ਕਹੀ ਜਾਵਾਂ, ਉਹ ਸੁਣੇ ਨਾ ਗੱਲ, ਫਿਰ ਉਹਦੇ ਨਾਲ ਕੀ ਹੁੰਦਾ ਵੀ ਉਹਦੇ ਨਾਲ ਜਾਂ ਤੇ ਫਿਰ ਸਾਰੀ ਸਟਰਕਚਰ ਟੁੱਟਦਾ। ਆਪਾਂ ਜਦੋਂ ਆਪਣੇ ਬੰਦਿਆਂ ਨਾਲ ਉਲਝ ਜਾਂਦੇ ਹਾਂ, ਇਹਦੇ ਨਾਲੋਂ ਚੰਗਾ ਹੈ ਵੀ ਆਪਾਂ ਬਾਹਰੋਂ ਰਹਿ ਕੇ ਪ੍ਰੈਸ਼ਰ ਦੇ ਤਰੀਕੇ ਨਾਲ ਇਸ ਚੀਜ਼ ਨੂੰ ਡੀਲ ਕਰੀਏ ਔਰ ਇੱਕ ਪੈਰਲਰ ਜਿਹੜਾ ਵਾ ਸਿਸਟਮ ਖੜਾ ਕਰੀਏ ਜਿਹੜਾ ਇਹ ਸਾਰੇ ਸਿਸਟਮ ਤੋਂ ਵੱਖਰਾ ਹੋਵੇ। ਮੈਂ ਕਹਿੰਦਾ ਵੀ ਕਿਉਂ ਰਿਲਾਈ ਕਰਨਾ ਹੈ ਆਪਾਂ ਸਿਰਫ ਇਹਨਾਂ ਲੋਕਾਂ ਦੇ ਜਿਹੜੇ ਚੁਣ ਕੇ ਆਉਂਦੇ ਆ। ਅਸੀਂ ਇੱਕ ਪੈਰਲਰ, ਸਾਡੇ ਪਿੰਡਾਂ ਦਾ ਢਾਂਚਾ ਰਿਹਾ, ਪੰਚਾਇਤੀ ਸਿਸਟਮ ਐਡਾ ਵੱਡਾ ਰਿਹਾ, ਉਹਨਾਂ ਨੇ ਪੰਚਾਇਤੀ ਸਿਸਟਮ ਨੇ ਲਾਅ ਐਂਡ ਆਰਡਰ ਨੂੰ ਵੀ ਕਿੰਨਾ ਲੰਮਾ ਸਮਾਂ ਸਾਂਭ ਰੱਖਿਆ।
ਜਿਹੜੇ ਪਿੰਡਾਂ 'ਚ ਫੈਸਲੇ ਕਰਾਉਣੇ ਨੇ, ਕੋਈ ਜ਼ਮੀਨਾਂ ਦੇ ਫੈਸਲੇ ਨੇ ਜੀ। ਸਿਆਣੇ ਬੈਠੇ ਕਰਾਉਂਦੇ ਰਹੇ। ਜੀ। ਹੁਣ ਸਾਰਾ ਸਿਸਟਮ ਜਿਹੜਾ ਵਾ ਉਹਨਾਂ ਦੇ ਹੱਥੋਂ ਨਿਕਲ ਕੇ ਕੋਰਟ 'ਚ ਚਲਾ ਗਿਆ। ਕੋਰਟ ਜੀ। ਸਾਰੀ ਚੀਜ਼ਾਂ ਨੂੰ ਖਰਾਬ ਕਰੀ ਜਾਂਦਾ ਹੈ। ਸੋ ਇਹਦੇ ਨਾਲ ਚੰਗਾ ਵੀ ਆਪਾਂ ਆਪਣੀ ਰਵਾਇਤ ਵੱਲ ਮੁੜੀਏ। ਜੀ ਬਿਲਕੁਲ, ਇਹ ਸਨ ਸਾਰੀ ਗੱਲਬਾਤ ਜੋ ਸੀ ਵੀਰ ਅੰਮ੍ਰਿਤਪਾਲ ਜੀ ਨਾਲ ਅਤੇ ਵੀਰ ਮਨੋਜ ਦੂਹਨ ਜੀ ਨਾਲ ਕੀਤੀਆਂ, ਔਰ ਬੜੀਆਂ ਸਾਰੀਆਂ ਵਿਚਾਰਾਂ ਦੀ ਸਾਂਝ ਕੀਤੀ ਹੈ। ਤੁਹਾਡੇ ਅਨੇਕਾਂ ਮੈਸੇਜ ਕਾਲਸ, ਅੱਜ ਬੜੇ ਸਾਰੇ ਆਨਸਰ ਨੇ। ਹੋਰ ਵੀ ਤੁਹਾਡੇ ਜੋ ਕੁਐਸਚਨ ਹੋਣ, ਕੁਐਰੀ, ਤੁਸੀਂ ਕਮੈਂਟ ਰਾਹੀਂ ਆਪਣੇ ਅਰਥ ਪਿਆਰੇ ਸਿੱਖ ਸੰਗਤ ਟੀਵੀ ਨੂੰ, ਸਿੱਖਾਂ ਦੀ ਆਵਾਜ਼ ਵਰਲਡ ਵਾਈਡ ਪਹੁੰਚਾਉਣ ਵਾਲਾ ਤੁਹਾਡਾ ਇਹ ਚੈਨਲ ਹੈ, ਤੇ ਕਰ ਸਕਦੇ ਹੋ। ਹੁਣ ਆਪ ਸਾਰਿਆਂ ਤੋਂ ਲੈਣੀ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।